ਜਿਹੜੇ ਪਦਾਰਥ ਮਨੁੱਖ ਦੇ ਨਾਲ ਜਾਣ ਵਾਲੇ ਨੇ। ਮਨ ਬਿਲਾਸ ਬਹੁ ਰੰਗ ਕਣਾ, ਤੇ ਮਨ ਆਪਣੇ ਗਿਆਨ ਇੰਦਰੀਆਂ ਦੇ ਰਾਹੀਂ, ਜਿਹੜੇ ਗਿਆਨ ਇੰਦਰੀ ਦੇ ਚੁਗਿਰਦੇ ਦੇ ਵਿੱਚ ਇਸ ਨੂੰ ਚਾਰ ਸਪੇਰੇ ਤੋਂ ਚੁਗਿਰਦੇ ਤੋਂ ਇਨਫੋਰਮੇਟ ਕਰਦੇ, ਇਹਨੂੰ ਜਾਣਕਾਰੀ ਦਿੰਦੇ, ਇਸ ਨੂੰ ਰਸਾਂ ਦੇ ਨਾਲ ਜੋੜਦੇ। ਤਾਂ ਕਹਿੰਦੇ ਉਹਨਾਂ ਦੇ ਰਾਹੀਂ ਜਿਹੜੀਆਂ ਚੀਜ਼ਾਂ ਨੂੰ ਦੇਖਦਾ, ਉਹਨਾਂ ਦੇ ਸਵਾਦ ਨੂੰ ਮਾਨਣ ਦਾ ਯਤਨ ਕਰਦਾ। ਮਨ ਬਿਲਾਸ ਬਹੁ ਰੰਗ ਕਣਾ, ਦ੍ਰਿਸ਼ਟ ਭੂਲ ਖੁਸ਼ੀਆਂ, ਛਤਰ ਧਾਰ ਬਾਦਸ਼ਾਹੀਆਂ, ਵਿੱਚ ਸਹਿਸੇ ਭਰੀਆਂ। ਕਹਿੰਦੇ ਸੰਸਾਰ ਦੇ ਉੱਤੇ ਬੜੇ ਵੱਡੇ ਵੱਡੇ ਛਤਰਧਾਰੀ ਬਾਦਸ਼ਾਹ ਸਹਿਸੇ ਦੇ ਵਿੱਚ, ਦੋ ਚਿੱਤੀ ਦੇ ਵਿੱਚ, ਦੁਬਦਾ ਦੇ ਵਿੱਚ, ਡੁਐਲਿਟੀ ਦੇ ਵਿੱਚ ਪਏ ਹੋਏ ਨੇ, ਇੱਕ ਸਹਿਮ ਦੇ ਵਿੱਚ ਪਏ ਹੋਏ ਨੇ। ਅਸੀਂ ਕਈ ਵਾਰੀ ਇਹ ਸੋਚਦੇ ਹਾਂ ਕਿ ਜਿਸ ਮਨੁੱਖ ਦੇ ਕੋਲ ਸੰਸਾਰਕ ਪਦਾਰਥ ਬਿਲਕੁਲ ਨਹੀਂ ਹਨ, ਸ਼ਾਇਦ ਪਦਾਰਥਾਂ ਦਾ ਨਾ ਹੋਣਾ ਉਹਦੇ ਦੁੱਖ ਦਾ ਕਾਰਨ ਹੋ ਸਕਦਾ ਹੈ। ਪਰ ਸਤਿਗੁਰੂ ਪਾਤਸ਼ਾਹ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿ ਕਿਸੇ ਦੇ ਕੋਲ ਪਦਾਰਥਾਂ ਦੀ, ਕਿਸੇ ਕੋਲ ਸੰਸਾਰਕ ਸਹੂਲਤਾਂ ਦੀ ਬਹੁਤਾਤ ਵੀ ਉਹਦੇ ਦੁੱਖ ਦਾ ਕਾਰਨ ਹੋ ਸਕਦੀ ਹੈ। ਜਿਸ ਤਰ੍ਹਾਂ ਅੱਜ ਇਹ ਸ਼ਬਦ ਹੈ, ਸਾਹਿਬ ਪਾਤਸ਼ਾਹ ਕਹਿੰਦੇ ਨੇ ਬੰਦੇ ਦੀ ਸਮੱਸਿਆ ਦਾ ਵੱਡਾ ਕਾਰਨ, ਦੁੱਖਾਂ ਦਾ ਵੱਡਾ ਕਾਰਨ ਹੈ ਉਸਦੇ ਅੰਦਰ ਦੀ ਮੈਲ। ਤੇ ਮੈਲ ਜਿਹੜੀ ਹੈਗੀ ਉਹ ਸਭ ਤੋਂ ਭਿਅੰਕਰ ਮੈਲ ਜਿਹੜੀ ਹੈਗੀ ਉਹ ਮਨੁੱਖ ਦੇ ਮਨ ਨੂੰ ਲੱਗਦੀ ਹੈ ਸਹਿਸੇ ਦੀ ਮੈਲ। ਸਹਿਸਾ ਦੁਚਿੱਤੀ, ਡੁਐਲਿਟੀ, ਸੰਸਾਰਕ ਭਾਵ, ਸੰਸਾਰਕ ਪਦਾਰਥਾਂ ਦੇ ਨਾਲ ਮਨ ਦਾ ਜੁੜਾਅ। ਸਤਿਗੁਰਾਂ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਪਦਾਰਥ ਤਿਆਗਣੇ ਨੇ। ਸਤਿਗੁਰੂ ਕਹਿੰਦੇ ਨੇ ਪਦਾਰਥਾਂ ਨੂੰ ਤੂੰ ਵਰਤ, ਕੋਈ ਐਤਰਾਜ਼ ਨਹੀਂ, ਪਰ ਨਾਲ ਹੀ ਪਦਾਰਥਾਂ ਦੀ ਪਕੜ ਤਿਆਗਣੀ ਹੈ। ਤੇ ਪਕੜ ਵੀ ਕਿੱਥੋਂ ਤਿਆਗਣੀ ਹੈ? ਹੱਥਾਂ ਦੇ ਵਿੱਚੋਂ ਨਹੀਂ, ਮਨੁੱਖੀ ਮਨ ਵਿੱਚੋਂ ਉਸ ਦੀ ਪਕੜ ਨੂੰ ਛੱਡਣਾ ਹੈ। ਜਿਸ ਦਿਨ ਮਨ ਵਿੱਚੋਂ ਪਦਾਰਥਾਂ ਦੀ ਪਕੜ ਨੂੰ ਮਨੁੱਖ ਛੱਡੇਗਾ ਤਾਂ ਮਨੁੱਖ ਦਾ ਜੀਵਨ ਸੁੱਖਾਂ ਦੇ ਰਸਤੇ ਤੇ ਤੁਰ ਪਏਗਾ। ਵੈਸੇ ਸਾਹਿਬ ਪਾਤਸ਼ਾਹ ਨੇ ਇਸ ਸਹਿਸਾ ਜਿਹੜਾ ਹੈਗਾ ਮਨੁੱਖ ਦੇ ਅੰਦਰ ਹੈ, ਉਸ ਦੇ ਬਾਰੇ ਜ਼ਿਕਰ ਕੀਤਾ ਹੈ ਬਾਣੀ ਦੇ ਵਿੱਚ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਹਿਸੇ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਉਹ ਕਹਿੰਦੇ ਸੰਸੇ ਤੋਂ, ਸਹਿਮ ਤੋਂ ਮੁਕਤੀ ਚਾਹੀਦੀ ਹੈ, ਕਿਉਂਕਿ ਹਰ ਇੱਕ ਮਨੁੱਖ ਦੇ ਅੰਦਰ ਸਹਿਮ, ਇੱਕ ਡਰ ਬਣਿਆ ਹੋਇਆ ਹੈ। ਫਿਲਾਸਫੀਕਲ ਵੇ ਦੇ ਵਿੱਚ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਪੜ੍ਹਦੇ, ਦਾਰਸ਼ਨਿਕ ਸਾਹਿਤ ਦੇ ਵਿੱਚੋਂ ਇਹਨੂੰ ਜਦੋਂ ਪੜ੍ਹਦੇ, ਤਾਂ ਉਹ ਸਾਡੇ ਡਰ ਦਾ ਕਾਰਨ ਸਾਡੇ ਕੋਲੇ ਕੁਝ ਹੋਣਾ ਮੰਨਦੇ ਨੇ। ਇੱਕ ਪੁਰਾਤਨ ਸਾਖੀ ਹੈ ਗੁਰੂ ਨਾਨਕ ਸਾਹਿਬ ਪਿਤਾ ਦੇ ਜੀਵਨ ਦੇ ਵਿੱਚੋਂ ਜਦੋਂ ਅਸੀਂ ਪੜ੍ਹਦੇ, ਮੈਂ ਪਰਸੋਂ ਵੀ ਇਸ ਮੁਹਾਜ ਦੇ ਵਿੱਚ ਕੁਝ ਜਿਹੜਾ ਹੈਗਾ ਉਹ ਗੱਲ ਕਰ ਰਿਹਾ ਸੀਗਾ। ਭਾਈ ਮਰਦਾਨਾ ਜੀ ਨੂੰ ਇੱਕ ਸੋਨੇ ਦੀ ਮੁੰਦਰੀ ਕੋਈ ਭੇਂਟ ਕਰਦਾ, ਜਨਮ ਸਾਖੀ ਦੇ ਵਿੱਚੋਂ ਦਰਜ ਹੈ ਇਹ ਵਾਰਤਾ। ਤੇ ਕਹਿੰਦੇ ਜਦੋਂ ਹੀ ਸੋਨੇ ਦੀ ਮੁੰਦਰੀ ਉਹਨੂੰ ਭੇਂਟ ਹੋ ਜਾਂਦੀ ਨਾ, ਤੇ ਭਾਈ ਮਰਦਾਨਾ ਜੀ ਉਹ ਮੁੰਦਰੀ ਚਲੋ ਲੈ ਕੇ ਸੰਭਾਲ ਲੈਂਦੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜਾ ਰਹੇ ਨੇ, ਨਾਲ ਨਾਲ ਤੁਰੇ ਜਾ ਰਹੇ ਨੇ ਸਤਿਗੁਰਾਂ ਦੇ। ਤੇ ਵਾਪਰਦਾ ਕੀ, ਕਹਿੰਦੇ ਭਾਈ ਸਾਹਿਬ ਉਸ ਰਾਤ ਸੌਂਦੇ ਨਹੀਂ। ਸਤਿਗੁਰੂ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਜਦੋਂ ਕੀਰਤਨ ਦਾ ਸਮਾਂ ਹੋਇਆ ਤਾਂ ਸਾਹਿਬ ਪਾਤਸ਼ਾਹ ਜਿਸ ਤਰ੍ਹਾਂ ਰਵਾਇਤ ਮੁਤਾਬਕ ਅੰਮ੍ਰਿਤ ਵੇਲੇ ਜਿਹੜਾ ਹੈਗਾ ਉਹ ਕੀਰਤਨ ਦੀ ਹਾਜ਼ਰੀ, ਕੀਰਤਨ ਚੌਂਕੀ ਜਿਹੜੀ ਹੈਗੀ ਉਹ ਆਪ ਸਤਿਗੁਰਾਂ ਨੇ ਪ੍ਰਾਰੰਭ ਕੀਤੀ। ਪਹਿਲੇ ਜੇਕਰ ਗੁਰੂ ਘਰ ਦੇ ਕੀਰਤਨੀਏ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਆਪ ਪਹਿਲੇ ਕੀਰਤਨੀਏ ਨੇ। ਅਸੀਂ ਕਈ ਵਾਰੀ ਇਹ ਸ਼ਬਦ ਇਸ ਤਰ੍ਹਾਂ ਵੀ ਪੜ੍ਹਦੇ ਕਿ ਅਸੀਂ ਕਹਿੰਦੇ ਹਾਂ ਵੀ ਗੁਰੂ ਘਰ ਦਾ ਪਹਿਲਾ ਕੀਰਤਨੀਆ ਭਾਈ ਮਰਦਾਨਾ। ਭਾਈ ਮਰਦਾਨਾ ਕੀਰਤਨੀਆ ਨਹੀਂ ਹੈ, ਭਾਈ ਮਰਦਾਨਾ ਰਬਾਬੀ ਹੈ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਤੇ ਭਾਈ ਮਰਦਾਨੇ ਦੀ ਜਦੋਂ ਗੱਲ ਕੀਤੀ ਹੈ ਨਾ, ਤਾਂ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਸਪਸ਼ਟ ਸ਼ਬਦਾਂ ਦੇ ਵਿੱਚ ਲਿਖਦੇ ਹਨ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਬਾਬਾ ਅਕਾਲ ਰੂਪ, ਅਕਾਲ ਦਾ ਰੂਪ, ਦੂਜਾ ਰਬਾਬੀ ਮਰਦਾਨਾ। ਉਹ ਕਹਿੰਦੇ ਭਾਈ ਸਾਹਿਬ ਰਬਾਬੀ ਨੇ ਤੇ ਗੁਰੂ ਨਾਨਕ ਕੀਰਤਨੀਏ ਨੇ, ਕੀਰਤੀ ਗੁਰੂ ਨਾਨਕ ਕਰਦੇ ਨੇ। ਤੇ ਸਤਿਗੁਰਾਂ ਨੇ ਆਪ ਵੀ ਆਪਣੀ ਬਾਣੀ ਦੇ ਵਿੱਚ ਇਹ ਸ਼ਬਦ ਜਿਹੜੇ ਨੇ ਉਹ ਅੰਕਿਤ ਕੀਤੇ ਨੇ ਕਿ ਮੈਂ ਉਸ ਰੱਬ ਦੇ ਘਰ ਦਾ ਰਬਾਬੀ ਹਾਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਆਪ ਕਹਿੰਦੇ ਨੇ ਮੈਂ ਪ੍ਰਮਾਤਮਾ ਦੇ ਘਰ ਦਾ ਕੀਰਤਨੀ ਹਾਂ। ਜਨਮ ਸਾਖੀ ਦੇ ਵਿੱਚ ਭਾਈ ਮਰਦਾਨਾ ਜੀ
ਉਹ ਵੀ ਇੱਕ ਦਿਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਾਲ ਵਾਰਤਾ ਜਿਹੜੀ ਕਰਦੇ ਨੇ, ਉਹ ਸਾਖੀ ਦੇ ਵਿੱਚ ਉਹ ਕਹਿੰਦੇ ਨੇ, ਅਸੀਂ ਤੁਹਾਡੇ ਰਬਾਬੀ ਤੇ ਤੁਸੀਂ ਰੱਬ ਦੇ ਰਬਾਬੀ, ਅਸੀਂ ਤੁਹਾਡੇ ਕੀਰਤਨੀਏ ਤੇ ਗੁਰੂ ਨਾਨਕ ਤੁਸੀਂ ਰੱਬ ਦੇ ਘਰ ਦੇ ਕੀਰਤਨੀਏ। ਇਹਦਾ ਮਤਲਬ ਗੁਰੂ ਨਾਨਕ ਪਹਿਲੇ ਪ੍ਰਭੂ ਦੇ ਕੀਰਤਨੀਏ ਤੇ ਭਾਈ ਮਰਦਾਨਾ ਗੁਰੂ ਨਾਨਕ ਦੇ ਕੀਰਤਨੀਏ। ਇਸ ਤਰ੍ਹਾਂ ਹੈ। ਚਲੋ ਆਪਾਂ ਇਸ ਪੱਖ ਵੱਲ ਨਹੀਂ ਜਾਣਾ, ਇੱਕ ਵੱਖਰਾ ਵਿਸ਼ਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਾ ਰਹੇ ਨੇ ਤੇ ਅੰਮ੍ਰਿਤ ਦਾ ਜਦੋਂ ਵੇਲਾ ਹੋਇਆ, ਜਿੱਥੇ ਸਟੇ ਕੀਤਾ ਹੈ, ਜਿੱਥੇ ਰੁਕੇ ਨੇ, ਪੜਾਅ ਕੀਤਾ ਹੈ, ਭਾਈ ਮਰਦਾਨਾ ਜੀ ਉਸ ਰਾਤ ਸੌ ਨਾ ਸਕੇ, ਜਿਸ ਰਾਤ ਉਹਨਾਂ ਦੇ ਕੋਲ ਸੋਨੇ ਦੀ ਮੁੰਦਰੀ ਸੀ। ਹੁਣ ਜਦੋਂ ਸੁਬਹ ਦਾ ਵਕਤ ਹੁੰਦਾ ਹੈ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਾਗਦੇ ਤੇ ਸਤਿਗੁਰੂ ਪੁੱਛਦੇ, ਭਾਈ ਜੀ ਅੱਖਾਂ ਦੇ ਵਿੱਚੋਂ ਨੀਂਦਰਾ ਹੈ, ਸੌ ਨਹੀਂ ਸਕੇ ਹੋ, ਕੀ ਕਾਰਨ ਹੈ? ਤਾਂ ਭਾਈ ਸਾਹਿਬ ਦੱਸਦੇ ਨੇ ਕਿ ਮੇਰੇ ਕੋਲ ਜਿਹੜੀ ਸੋਨੇ ਦੀ ਮੁੰਦਰੀ ਸੀਗੀ, ਉਹਨੇ ਰਾਤ ਸੌਣ ਨਹੀਂ ਦਿੱਤਾ। ਕੋਲ ਕੁਝ ਸੀ ਤੇ ਉਹ ਰਾਤ ਦੇ ਵਕਤ ਨੀਂਦ ਨਹੀਂ ਆਈ, ਕੋਈ ਮਤਾਂ ਖੋ ਕੇ ਨਾ ਲੈ ਜਾਵੇ, ਚੋਰੀ ਨਾ ਕਰ ਲਵੇ। ਜਦੋਂ ਹੁਣ ਦੇਖੋ ਸੋਨੇ ਦੀ ਮੁੰਦਰੀ ਜਿਹੜੀ ਹੈਗੀ ਆ ਉਹ ਭਾਈ ਮਰਦਾਨਾ ਜੀ ਦੀ ਪੋਟਲੀ ਵਿੱਚ ਹੈ, ਪਰ ਹੈਰਾਨੀ ਦੀ ਗੱਲ ਹੈ ਉਹ ਸੁਰਤ ਵਿੱਚ ਚਲੀ ਗਈ ਹੈ। ਜਿਹੜੀ ਚੀਜ਼ ਸੁਰਤ ਵਿੱਚ ਚਲੀ ਜਾਵੇ ਉਹ ਮਨੁੱਖ ਨੂੰ ਨਹੀਂ ਸੌਣ ਦਿੰਦੀ। ਪਦਾਰਥ ਸਾਡੀ ਸੁਰਤ ਵਿੱਚ ਜਦੋਂ ਚਲੇ ਜਾਂਦੇ ਨੇ ਉਦੋਂ ਸਾਡੇ ਅੰਦਰ ਚਿੰਤਾ ਖੜੀ ਕਰਦੇ ਨੇ। ਜਿੰਨੀ ਦੇਰ ਤੱਕ ਸੁਰਤ ਵਿੱਚ ਨਹੀਂ, ਉਨੀ ਦੇਰ ਤੱਕ ਪਦਾਰਥ ਕੋਈ ਚਿੰਤਾ ਦਾ ਕਾਰਨ ਨਹੀਂ ਬਣਦੇ। ਸਾਹਿਬ ਪਾਤਸ਼ਾਹ ਜੀ ਪਾਵਨ ਬਾਣੀ ਦੇ ਵਿੱਚ ਫਿਰ ਸਾਨੂੰ ਇਹ ਵੀ ਸਮਝਾਉਂਦੇ ਨੇ ਕਿ ਸਾਨੂੰ ਜਿਹੜੀ ਚੀਜ਼ ਦੀ ਕੀਮਤ ਪਤਾ ਲੱਗਦੀ ਹੈ, ਫਿਰ ਉਸ ਦੇ ਪ੍ਰਤੀ ਅਸੀਂ ਚਿੰਤਤ ਹੁੰਦੇ ਹਾਂ। ਜਦੋਂ ਕੀਮਤ ਨਾ ਪਤਾ ਲੱਗੇ ਫਿਰ ਚਿੰਤਾ ਵੀ ਨਹੀਂ ਕਰਦੇ। ਆਹ ਵੀ ਇੱਕ ਨਾਲ ਗੱਲ ਹੈ। ਸਾਨੂੰ ਸੰਸਾਰਕ ਪਦਾਰਥਾਂ ਦੀ ਵੈਲਿਡੇਸ਼ਨ, ਇਹਨਾਂ ਦੀ ਕੀਮਤ, ਇਹਨਾਂ ਦਾ ਮੁਲਾਂਕਣ ਕਰਨਾ ਆਉਂਦਾ, ਇਸ ਕਰਕੇ ਅਸੀਂ ਇਹਨਾਂ ਵਾਸਤੇ ਚਿੰਤਾ ਤੁਰ ਹੁੰਦੇ ਹਾਂ। ਜਿਹੜਾ ਪਦਾਰਥ ਵੱਧ ਕੀਮਤੀ ਹੈ ਉਹਦੇ ਵਾਸਤੇ ਉਨੀ ਵੱਧ ਚਿੰਤਾ ਕਰਦੇ ਹਾਂ। ਪਰ ਗੁਰੂ ਕੀ ਕਰਦਾ ਹੈ? ਗੁਰੂ ਸਾਨੂੰ ਸਾਡੇ ਇਸ ਮਨੁੱਖਾ ਜਨਮ ਦੀ ਕੀਮਤ ਸਮਝਾ ਦਿੰਦਾ ਹੈ। ਫਿਰ ਸਾਡੀ ਸਰਵ ਪ੍ਰਥਮ ਪਹਿਲੀ ਚਿੰਤਾ ਆਪਣੇ ਜੀਵਨ ਦੇ ਪ੍ਰਤੀ ਹੋ ਜਾਂਦੀ ਹੈ। ਅਜੇ ਤੱਕ ਅਸੀਂ ਆਪਣੇ ਜੀਵਨ ਦੇ ਪ੍ਰਤੀ ਚਿੰਤਤ ਨਹੀਂ ਹਾਂ। ਮੰਨੀਏ ਨਾ ਮੰਨੀਏ ਗੱਲ ਵੱਖਰੀ ਹੈ। ਮਨੁੱਖ ਅਜੇ ਤੱਕ ਆਪਣੇ ਜੀਵਨ ਦੇ ਪ੍ਰਤੀ ਚਿੰਤਤ ਨਹੀਂ ਹੈ। ਮਨੁੱਖ ਅਜੇ ਤੱਕ ਪਦਾਰਥਾਂ ਦੇ ਪ੍ਰਤੀ ਹੀ ਚਿੰਤਤ ਹੈ। ਮਨੁੱਖ ਨੂੰ ਅਜੇ ਤੱਕ ਸਵਾਸਾਂ ਦੀ ਪੂੰਜੀ ਦੀ ਕੀਮਤ ਨਹੀਂ ਪਤਾ। ਇਸ ਕਰਕੇ ਸਵਾਸਾਂ ਨੂੰ ਅਜਾਈਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਗਵਾ ਦਿੰਦਾ ਹੈ। ਮਨੁੱਖ ਨੂੰ ਕੀਮਤ ਦੌਲਤ ਦੀ ਵੱਧ ਲੱਗਦੀ ਹੈ ਸਵਾਸਾਂ ਤੋਂ, ਇਸ ਕਰਕੇ ਦੌਲਤ ਨੂੰ ਸੰਭਾਲਦਾ ਹੈ, ਸਵਾਸਾਂ ਨੂੰ ਸੰਭਾਲਦਾ ਨਹੀਂ। ਤੇ ਸਾਹਿਬ ਪਾਤਸ਼ਾਹ ਦੀ ਪਾਵਨ ਬਾਣੀ ਕਹਿੰਦੀ ਹੈ ਕਿ ਚਾਹੀਦਾ ਤਾਂ ਇਹ ਸੀ ਕਿ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਚਾਹੀਦਾ ਤਾਂ ਇਹ ਸੀ ਕਿ ਹਰ ਇੱਕ ਦਮ ਦੇ ਨਾਲ, ਹਰ ਇੱਕ ਸਵਾਸ ਦੇ ਨਾਲ ਮਨੁੱਖ ਦੇ ਅੰਦਰੋਂ ਵਾਹਿਗੁਰੂ ਜਾਪ, ਵਾਹਿਗੁਰੂ ਸਿਮਰਨ ਹੁੰਦਾ। ਪਰ ਹੈ ਕੀ? ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਮਾਇਆ ਮਨਹੁ ਨਾ ਵਿਸਰੈ, ਮੰਗੈ ਦਮਾਂ ਦਮ। ਜਿਹੜੇ ਦਮਾਂ ਦੇ ਨਾਲ ਉਸ ਦਮ ਦੇਣ ਵਾਲੇ ਦਾਤੇ ਨੂੰ ਸੰਭਾਲਣਾ ਸੀ, ਉਹਨਾਂ ਦਮਾਂ ਦੇ ਨਾਲ ਦਮੜਿਆਂ ਨੂੰ ਸੰਭਾਲਦਾ ਫਿਰਦਾ ਹੈ। ਮਾਇਆ ਮਨਹੁ ਨਾ ਵਿਸਰੈ, ਮੰਗੈ ਦਮਾਂ ਦਮ, ਸੋ ਪ੍ਰਭ ਚਿੱਤ ਨਾ ਆਵਈ। ਜਿਸ ਨੇ ਇਹਨੂੰ ਜੀਵਨ ਦਿੱਤਾ ਸੀਗਾ, ਜਿਨ ਜੀਓ ਦਿਆ, ਜਿਹਨੇ ਜੀਵਨ ਦਿੱਤਾ ਸੀ, ਉਹ ਚੇਤੇ ਵਿੱਚ ਹੀ ਨਹੀਂ ਹੈ। ਹੋ ਕੀ ਰਿਹਾ ਹੈ? ਮਾਇਆ ਮਨੋ ਨਾ ਵਿਸਰੈ, ਮੰਗੈ ਦਮਾਂ ਦਮ, ਸੋ ਪ੍ਰਭ ਚਿੱਤ ਨਾ ਆਵਈ, ਨਾਨਕ ਨਹੀਂ ਕਰਮ। ਪਰ ਸਤਿਗੁਰੂ ਕਹਿੰਦੇ ਨੇ ਤੈਨੂੰ ਪਤਾ ਹੈ ਇੱਕ ਗੱਲ ਦਾ, ਜਿੱਥੇ ਉਹ ਆਪ ਕਿਰਪਾਲੂ ਆ ਕੇ ਬੈਠ ਗਿਆ ਉੱਥੇ ਕੁਝ ਵੀ ਥੁੜਦਾ ਨਹੀਂ। ਤੇਰੇ ਅੰਦਰ ਇੱਕ ਸਹਿਸਾ ਹੈ, ਤੇਰੇ ਅੰਦਰ ਇੱਕ ਡਰ ਹੈ ਕਿ ਥੁੜ ਨਾ ਜਾਵੇ। ਤੇਰੇ ਅੰਦਰ ਡਰ ਹੈ ਜੋ ਕੁਝ ਮੇਰੇ ਕੋਲੇ ਹੈ ਲੁੱਟ ਨਾ ਜਾਵੇ। ਪਰ ਸਤਿਗੁਰੂ ਕਹਿੰਦੇ ਨੇ ਜਿੱਥੇ ਉਹ ਆਪ ਆ ਕੇ ਖਲੋ ਗਿਆ ਉੱਥੇ ਕੁਝ ਵੀ ਥੁੜਦਾ ਨਹੀਂ, ਉੱਥੇ ਕੁਝ ਵੀ ਘਟਦਾ ਨਹੀਂ। ਅਸਲ ਦੇ ਵਿੱਚ ਨਾ ਬਾਣੀ ਨੂੰ ਅਸੀਂ ਨੇੜੇ ਤੋਂ ਅਜੇ ਤੱਕ ਦੇਖਣ ਨਹੀਂ ਲੱਗੇ। ਅਸੀਂ ਅਜੇ ਤੱਕ ਬਾਣੀ ਨੂੰ ਘਰਾਂ ਦੇ ਵਿੱਚ, ਥਾਵਾਂ ਦੇ ਵਿੱਚ ਪ੍ਰਕਾਸ਼ ਕਰਾਉਂਦੇ ਅਸੀਂ ਉਸ ਰੂਪ ਵਿੱਚ ਅਜੇ ਸੁਣਨ ਵੀ ਨਹੀਂ ਲੱਗੇ। ਬਾਣੀ ਦੀ ਵਿਚਾਰ ਵੀ ਉਸ ਰੂਪ ਵਿੱਚ ਨਹੀਂ ਅਜੇ ਹੋਣ ਲੱਗੀ। ਕਿੰਨਾ ਕਮਾਲ ਦੀ ਗੱਲ ਹੈ। ਗੁਰੂ ਨਾਨਕ ਦੇਵ ਜੀ ਜਿਵੇਂ ਵਿਚਾਰ ਕਰਦੇ ਸੀ, ਸੰਗਤਾਂ ਸੁਣਦੀਆਂ ਸੀ, ਇੱਕ ਸ਼ਬਦ ਦੀ ਲੱਖਾਂ ਲੋਕਾਂ ਦੇ ਅੰਦਰ ਉਧਾਰ ਕਰ ਦਿੰਦਾ ਸੀ। ਇੱਕ ਸ਼ਬਦ ਨਾਲ ਹੀ ਲੁਕਾਈ ਦਾ ਜੀਵਨ ਤਬਦੀਲ ਹੋ ਜਾਂਦਾ ਸੀ। ਤੇ ਉਹ ਸ਼ਬਦ
ਸਾਰੇ ਦੇ ਸਾਰੇ ਅੰਕਿਤ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਵਾਰੀ ਉਹ ਸ਼ਬਦਾਂ ਨੂੰ ਅਸੀਂ ਸੁਣਿਆ ਤੇ ਪੜ੍ਹਿਆ ਹੋਏਗਾ। ਸਾਡੇ ਅੰਤਰ ਆਤਮੇ ਦੇ ਉੱਤੇ ਅਸਰ ਨਹੀਂ ਹੋ ਰਿਹਾ। ਇਹਦਾ ਮਤਲਬ ਮਨ ਦੇ ਵਿੱਚੋਂ ਅਜੇ ਤੱਕ ਬਾਣੀ ਪੜ੍ਹੀ ਨਹੀਂ ਜਾ ਰਹੀ। ਨਹੀਂ ਤਾਂ ਜਦੋਂ ਬਾਣੀ ਨੂੰ ਅਸੀਂ ਪੜ੍ਹਾਂਗੇ ਤਾਂ ਆਪਣੇ ਆਪ ਬਾਣੀ ਦਾ ਪ੍ਰਭਾਵ ਮਨ ਅੰਤਰ ਤੇ ਹੋਏਗਾ। ਮਨ ਆਪਣੇ ਆਪ ਉਹਨਾਂ ਅਰਥਾਂ ਨੂੰ ਸਮਝੇਗਾ, ਉਹ ਅਰਥਾਵਲੀ ਸਾਡੇ ਜੀਵਨ ਦਾ ਹਿੱਸਾ ਬਣੇਗੀ। ਮਾਇਆ ਮਨੋ ਨ ਵਿਸਰੈ, ਮੰਗਿਆ ਦਮਾ ਦਮ। ਸਤਿਗੁਰੂ ਕਹਿੰਦੇ ਨੇ ਸੋ ਪ੍ਰਭ ਚਿਤ ਨਾ ਆਵੇ ਨਾਨਕ ਨਹੀਂ ਕਰਮ। ਪਰ ਅਗਲੀ ਗੱਲ ਕਹਿੰਦੇ ਨੇ, ਕਹਿੰਦੇ ਤਿੱਚਰ ਮੂਲ ਨਾ ਥੁੜੀਂਦੋ। ਕਹਿੰਦੇ ਤੂੰ ਪ੍ਰਭੂ ਨੂੰ ਯਾਦ ਕਰਨਾ ਸ਼ੁਰੂ ਕਰ ਦੇ, ਥੁੜੇਗਾ ਹੀ ਕੁਝ ਨਹੀਂ। ਤੂੰ ਚਿੰਤਾ ਨਾ ਕਰਕੇ ਕੁਝ ਥੁੜ ਜਾਏਗਾ, ਤੂੰ ਚਿੰਤਾ ਨਾ ਕਰਕੇ ਕੁਝ ਘਟ ਜਾਏਗਾ। ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਕਹਿੰਦੇ ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਤਨਮਾਲ। ਸ਼ਬਦ ਤੋਂ ਵੱਡਾ ਦੁਨੀਆ ਦਾ ਕੋਈ ਖਜ਼ਾਨਾ ਨਹੀਂ। ਤੇ ਜਿਸ ਦਿਨ ਤੂੰ ਸ਼ਬਦ ਦਾ ਖਜ਼ਾਨਾ ਤੈਨੂੰ ਪ੍ਰਾਪਤ ਹੋ ਗਿਆ, ਦੁਨੀਆ ਦੇ ਖਜ਼ਾਨੇ ਤੇਰੇ ਆਪਣੇ ਆਪ ਪਿੱਛੇ ਚਲੇ ਆਉਣਗੇ। ਜਿਹੜੇ ਲੋਕ, ਕਿਉਂਕਿ ਜਦੋਂ ਅਸੀਂ ਜਿਹੜਾ ਯੋਗ ਮਤ ਦੀਆਂ ਕਨਸੈਪਟਸ ਨੂੰ ਪੜ੍ਹਦੇ ਆ ਨਾ, ਯੋਗ ਮਤ ਦੇ ਕਨਸੈਪਟਸ ਦੇ ਵਿੱਚ ਇੱਕ ਚੀਜ਼ ਬੜੀ ਕਮਾਲ ਦੀ ਉਹਨਾਂ ਨੇ ਦੱਸੀ। ਉਹ ਕਹਿੰਦੇ ਜਦੋਂ ਮਨੁੱਖ ਦੇ ਅੰਦਰ ਸਿਮਰਨ ਅਤੇ ਬੰਦਗੀ ਪ੍ਰਾਰੰਭ ਹੁੰਦੀ, ਉਹਨਾਂ ਨੇ 10 ਹਿੱਸੇ ਦੱਸੇ ਜੀਵਨ ਦੇ। ਸਿਮਰਨ ਅਤੇ ਬੰਦਗੀ ਦੀ ਪ੍ਰਾਰੰਭਤਾ ਜਦੋਂ ਹੁੰਦੀ ਨਾ, ਤੇ ਮਨੁੱਖ ਦਾ ਸੁਰਤੀ ਜਿਹੜੀ ਸੰਸਾਰ ਨੂੰ ਟੁੱਟ ਕੇ ਮਨੁੱਖ ਦਾ ਕਾਮ ਰਸ ਨਾਮ ਰਸ ਦੇ ਵਿੱਚ ਤਬਦੀਲ ਹੁੰਦਾ। ਤੇ ਕਹਿੰਦੇ ਜਿਸ ਦਿਨ ਨਾਮ ਰਸ ਦੇ ਵਿੱਚ ਜੀਵਨ ਤਬਦੀਲ ਹੁੰਦਾ, ਕਾਮ ਰਸ ਨਾਮ ਰਸ ਬਣ ਜਾਂਦਾ ਹੈ, ਮਨੁੱਖ ਸੰਸਾਰਕ ਕਾਮਨਾਵਾਂ ਨਾਲੋਂ ਟੁੱਟ ਕੇ ਸਭ ਤੋਂ ਵੱਡੀ ਕਾਮਨਾ ਹੀ ਨਾਮ ਦੀ ਕਰਨ ਲੱਗ ਜਾਂਦਾ। ਕੱਲ ਵੀ ਮੈਂ ਬੇਨਤੀ ਕਰ ਰਿਹਾ ਸੀ, ਜੇਕਰ ਭਾਈ ਰੋਸ਼ਨ ਸਿੰਘ ਦੀ ਆਪਾਂ ਗੱਲ ਕਰਦੇ ਹਾਂ, ਤੇ ਜੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਕਿਹਾ ਸੀ ਕਿ ਮੰਗੋ ਕੀ ਮੰਗਦੇ ਹੋ, ਤਾਂ ਸਤਿਗੁਰੂ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਵੀ ਕਿਹਾ ਜਾ ਸਕਦਾ ਸੀ ਨਾ ਕਿ ਸਤਿਗੁਰੂ ਪਾਤਸ਼ਾਹ, ਇਹ ਸਾਰਾ ਕੁਝ ਤਾਂ ਜਿਹੜਾ ਹੈਗਾ ਮੇਰੇ ਕੋਲ ਧਨ ਦੌਲਤ ਨਹੀਂ ਹੈ, ਤੇ ਤੁਸੀਂ ਕਿਰਪਾ ਕਰਕੇ ਮੈਨੂੰ ਧਨ ਦੌਲਤ ਦੇ ਦਿਓ। ਪਰ ਨਹੀਂ, ਕੀ ਕਹਿੰਦੇ ਨੇ? ਕਹਿੰਦੇ ਸਤਿਗੁਰੂ ਤੁਸੀਂ ਸਾਡੇ ਤੋਂ ਲੁਕੋ ਕੇ ਕੁਝ ਨਹੀਂ ਰੱਖਿਆ, ਮੈਂ ਮੇਰੇ ਕੋਲ ਸੰਸਾਰਕ ਪਦਾਰਥ ਮੰਗਣ ਦੇ ਵਾਸਤੇ ਰਹੀ ਕੁਝ ਨਹੀਂ ਰਿਹਾ। ਚਲੋ ਮੈਂ ਇੱਕ ਅਗਲੀ ਗੱਲ ਹੋਰ ਕਹਾਂ। ਇੱਕ ਨਾ ਕਵੀ ਹੋਇਆ ਹੰਸਰਾਮ। ਕਵੀ ਹੰਸਰਾਮ ਨੇ ਨਾ ਇੱਕ ਦਿਨ ਕਵਿਤਾ ਸੁਣਾਈ ਕਲਗੀਧਰ ਪਾਤਸ਼ਾਹ ਨੂੰ, ਕਿਉਂਕਿ ਅੱਜ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਦਾ ਜਨਮ ਦਿਹਾੜਾ ਵੀ ਹੈਗਾ, ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀਆਂ ਕੁਝ ਬਾਤਾਂ ਵੀ ਪਾ ਲਵਾਂ ਤੁਹਾਡੇ ਨਾਲ। ਕਲਗੀਧਰ ਪਾਤਸ਼ਾਹ ਨੂੰ ਨਾ ਕਵਿਤਾ ਸੁਣਾਈ ਕਵੀ ਹੰਸਰਾਮ ਨੇ। ਸਤਿਗੁਰੂ ਪਾਤਸ਼ਾਹ ਬੜੇ ਪ੍ਰਸੰਨ ਹੋਏ ਉਹਦੇ ਤੇ ਸਾਹਿਬ ਪਾਤਸ਼ਾਹ ਨੇ ਮੋਹਰਾਂ ਦੀਆਂ ਢਾਲਾਂ ਭਰ ਭਰ ਕੇ ਕਵੀ ਹੰਸਰਾਮ ਨੂੰ ਦਿੱਤੀਆਂ। ਤੇ ਸਾਹਿਬ ਪਾਤਸ਼ਾਹ ਜਦੋਂ ਮੋਹਰਾਂ ਦੀ ਜਿਹੜੀਆਂ ਢਾਲਾਂ ਭਰ ਭਰ ਕੇ ਕਵੀ ਹੰਸਰਾਮ ਦੀ ਝੋਲੀ ਵਿੱਚ ਪਾਉਂਦੇ ਨੇ, ਤੇ ਉਹਨੂੰ ਹੋਰ ਵੀ ਸੰਗਤਾਂ ਨੇ ਜਿਹੜਾ, ਕਿਉਂਕਿ ਜਦੋਂ ਸਤਿਗੁਰੂ ਪਾਤਸ਼ਾਹ ਆਸ਼ੀਰਵਾਦ ਦੇਣ ਲੱਗਦੇ ਨੇ ਤਾਂ ਹੋਰ ਸੰਗਤਾਂ ਵੀ ਜਿਹੜੀਆਂ ਨੇ ਉਹ ਉਹਨੂੰ ਜਿਹੜਾ ਹੈਗਾ ਉਹਦਾ ਸਤਿਕਾਰ ਕਰਦੀਆਂ ਉਸ ਦਾ, ਕਿਉਂਕਿ ਜਿਹੜਾ ਗੁਰੂ ਦੇ ਘਰ ਤੋਂ ਵਰਸਾਇਆ ਗਿਆ ਉਹ ਸੰਗਤ ਦੇ ਘਰ ਤੋਂ ਵਰਸਾਇਆ ਜਾਂਦਾ ਹੈ। ਗੁਰੂ ਦੇ ਘਰ ਤੋਂ ਸਨਮਾਨ ਮਿਲ ਜਾਣਾ ਚਾਹੀਦਾ ਹੈ, ਉਹਦਾ ਸਾਰੀ ਦੁਨੀਆ ਵਿੱਚ ਸਨਮਾਨ ਹੈ। ਜਿਹਦਾ ਸਨਮਾਨ, ਜਿਹਨੇ ਗੁਰੂ ਘਰ ਤੋਂ ਆਪਣਾ ਸਨਮਾਨ ਗਵਾ ਲਿਆ, ਉਹਦਾ ਸੰਸਾਰ ਤੇ ਕਿਤੇ ਸਨਮਾਨ ਨਹੀਂ ਹੋਏਗਾ। ਸੰਸਾਰਕ ਮਾਨ ਸਨਮਾਨ ਥੋੜ ਚਿਰਾ ਹੈ, ਸਦੀਵ ਨਾਲ ਨਹੀਂ ਨਿਭਦਾ। ਗੁਰੂ ਦਾ ਮਾਨ ਸਨਮਾਨ ਇਸ ਦਰਗਾਹੇ ਵੀ ਤੇ ਅਗਲੀ ਦਰਗਾਹ ਵੀ ਮਨੁੱਖ ਦੇ ਨਾਲ ਨਿਭਦਾ ਹੈ। ਇੱਥੇ ਵੀ ਕੰਮ ਆਉਂਦਾ ਹੈ, ਅਗਲੀ ਦਰਗਾਹੇ ਵੀ ਕੰਮ ਆਉਂਦਾ ਹੈ। ਇਸ ਕਰਕੇ ਗੁਰੂ ਦੇ ਘਰ ਤੋਂ ਮਾਨ ਪ੍ਰਾਪਤ ਕਰਨ ਦਾ ਯਤਨ ਕਰੀਏ ਜਦੋਂ ਵੀ ਕਰੀਏ। ਤੇ ਸਤਿਗੁਰੂ ਕਹਿੰਦੇ ਨੇ ਗੁਰੂ ਦੇ ਘਰ ਤੋਂ ਮਾਨ ਪ੍ਰਾਪਤ ਕਰਨ ਦਾ ਇੱਕ ਤਰੀਕਾ ਹੈ। ਗੁਰੂ ਦੇ ਘਰ ਤੋਂ ਸਨਮਾਨ ਪ੍ਰਾਪਤ ਕਰਨ ਵਾਸਤੇ ਸੰਸਾਰਕ ਪ੍ਰਾਪਤੀਆਂ ਨਾਲੋਂ ਪਹਿਲਾਂ ਗੁਰੂ ਦੇ ਘਰ ਦੀ ਸੇਵਾ ਕਰਨੀ ਪੈਂਦੀ ਹੈ। ਜਪਜੀ ਸਾਹਿਬ ਦੀ ਬਾਣੀ ਆਪ ਜੀ ਗਹੁ ਦੇ ਨਾਲ ਜਦੋਂ ਪੜ੍ਹੋਗੇ ਤਾਂ ਸਾਹਿਬ ਪਾਤਸ਼ਾਹ ਕਹਿੰਦੇ ਨੇ, ਜਿਨ ਸੇਵਿਆ ਤਿਨ ਪਾਇਆ ਮਾਨ। ਮਾਨ ਪ੍ਰਾਪਤ ਕਰਨ ਦਾ ਤਰੀਕਾ ਸੇਵਾ। ਜਿਨ ਸੇਵਿਆ ਤਿਨ ਪਾਇਆ ਮਾਨ। ਤੇ ਫਿਰ ਕਹਿੰਦੇ ਸੇਵਾ ਕਰਨ ਦੇ ਨਾਲ ਨਾਲ ਕਰਨਾ ਕੀ ਹੈ? ਨਾਨਕ ਗਾਵੀਐ ਗੁਣੀ ਨਿਧਾਨ। ਤੇ ਫਿਰ ਗੁਣੀ ਨਿਧਾਨ ਨੂੰ ਗਾਉਣਾ ਆ। ਨਾਲ ਫਿਰ ਕੀ ਕਹਿੰਦੇ ਨੇ, ਅਗਲੀ ਪੰਕਤੀ ਕੀ ਕਹਿੰਦੇ, ਬਖਸ਼ਿਸ਼ ਕਰਦੇ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਕਹਿੰਦੇ ਗਾਉਣਾ ਵੀ ਹੈ, ਸੁਣਨਾ ਵੀ ਹੈ, ਤੇ ਮਨ ਵਿੱਚ ਪ੍ਰੇਮ ਵੀ ਰੱਖਣਾ ਹੈ। ਤੇ ਪ੍ਰੇਮ ਰੱਖਣ ਦੇ ਨਾਲ ਫਿਰ ਹੋਏਗਾ ਕੀ? ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਕਹਿੰਦੇ ਦੁੱਖਾਂ ਨੂੰ ਖਤਮ ਕਰਕੇ ਸੁੱਖਾਂ ਦੇ ਘਰ ਚ ਲੈ ਜਾਏਗਾ। ਵਾਹ, ਕਿਆ ਨੁਕਤਾ ਨਿਗਾਹ ਹੈ। ਇਸ ਰੂਪ ਦੇ ਵਿੱਚ ਬਾਣੀ ਨੂੰ ਜਦੋਂ ਪੜਾਂਗੇ ਤਾਂ ਫਿਰ ਇਸ ਤਰ੍ਹਾਂ ਸਮਝ ਆਏਗੀ। ਖਰ ਕਵਿਤਾ ਬਹੁਤ ਸੋਹਣੀ ਗਾਉਂਦਾ, ਸੰਗਤ ਮਾਨ ਸਨਮਾਨ ਬਹੁਤ ਕਰਦੀ, ਢੇਰ ਲੱਗ ਜਾਂਦਾ ਸਾਰਾ ਕੁਝ, ਇੰਨੇ ਪਦਾਰਥ ਮਿਲਦੇ ਉਹਨੂੰ
ਕਲਗੀਧਰ ਪਾਤਸ਼ਾਹ ਤਾਂ ਸੋਨੇ ਦੀਆਂ ਮੋਹਰਾਂ ਦੀਆਂ ਢਾਲਾਂ ਭਰ ਕੇ ਦੇ ਹੀ ਰਹੇ ਨੇ। ਹੁਣ ਜਦੋਂ ਉਹ ਇੰਨਾ ਪਦਾਰਥ, ਇੰਨਾ ਸਾਜੋ ਸਮਾਨ ਉਹਨੂੰ ਮਿਲ ਜਾਂਦਾ ਤੇ ਫਿਰ ਉਹ ਮਨ ਦੇ ਵਿੱਚ ਖਿਆਲ ਕਰਦਾ ਇੰਨਾ ਕੁਝ ਦੇ ਦਿੱਤਾ ਕਲਗੀਧਰ ਪਾਤਸ਼ਾਹ ਨੇ, ਤੇ ਜੇਕਰ ਲਿਜਾਣ ਵਾਸਤੇ ਕੋਈ ਸਵਾਰੀ ਵੀ ਮਿਲ ਜਾਂਦੀ ਤੇ ਫਿਰ ਇਸ ਤੋਂ ਵੀ ਵੱਡੀ ਖੁਸ਼ੀ ਦੀ ਗੱਲ ਹੈ। ਸਾਹਿਬ ਪਾਤਸ਼ਾਹ ਉਹ ਅਜੇ ਸੋਚ ਰਿਹਾ ਤੇ ਸਤਿਗੁਰੂ ਪਾਤਸ਼ਾਹ ਹੁਕਮ ਕਰਦੇ ਨੇ, ਕਹਿੰਦੇ ਜਾਓ ਹੰਸ ਰਾਮ ਨੂੰ ਘਰੇ ਜਾਣ ਵਾਸਤੇ ਇੱਕ ਸਵਾਰੀ ਵੀ ਚਾਹੀਦੀ ਹੈ। ਹੁਣ ਇੰਨਾ ਕੁਝ ਕਿਸੇ ਛੋਟੀ ਸਵਾਰੀ ਤੇ ਨਹੀਂ ਮਿਲਣਾ ਜਾਣਾ। ਕਹਿਣ ਲੱਗੇ ਜਾਓ ਹੰਸ ਰਾਮ ਨੂੰ ਇੱਕ ਹਾਥੀ ਵੀ ਦੇ ਦਿਓ। ਕਵੀ ਹੰਸ ਰਾਮ ਨੂੰ ਇੱਕ ਹਾਥੀ ਦੇ ਦਿੰਦੇ ਨੇ। ਹਾਥੀ ਲੈ ਕੇ ਕਵੀ ਹੰਸ ਰਾਮ ਥੋੜਾ ਜਿਹਾ, ਕਿਉਂਕਿ ਸਿਆਣਾ ਬੰਦਾ ਸੀਗਾ, ਦਾਨੇ ਲੋਕ ਹੁੰਦੇ ਨੇ ਜਿਹੜੇ ਉਹਨਾਂ ਦੀਆਂ ਸੋਚਾਂ ਵੀ ਵੱਡੀਆਂ ਹੁੰਦੀਆਂ ਨੇ, ਧਨ ਮਾਲ ਵੀ ਮਿਲ ਗਿਆ, ਦੌਲਤ ਮਿਲ ਗਈ। ਹੰਸ ਰਾਮ ਆਪਣੀ ਨਾ ਸੁਰਤ ਥੋੜਾ ਜਿਹਾ ਜਿਹੜਾ ਹੈਗਾ ਅਕਲ ਨੂੰ ਖੁਰਚ ਰਿਹਾ ਹੈ, ਖੁਰੇਦ ਰਿਹਾ, ਕੁਝ ਭੁੱਲ ਰਿਹਾ ਮੈਂ। ਗੁਰੂ ਸਾਹਿਬ ਤੋਂ ਕੁਝ ਹੋਰ ਵੀ ਮੰਗਣਾ ਸੀ, ਯਾਦ ਨਹੀਂ ਆ ਰਿਹਾ ਕੀ ਮੰਗਣਾ ਸੀ। ਮੈਂ ਇੱਕ ਬੇਨਤੀ ਕਰਾਂ, ਸਾਨੂੰ ਬਹੁਤਿਆਂ ਨੂੰ ਚੇਤੇ ਨਹੀਂ ਆਉਂਦਾ ਗੁਰੂ ਤੋਂ ਕੀ ਮੰਗਣਾ। ਜਦੋਂ ਸਾਨੂੰ ਚੇਤੇ ਨਹੀਂ ਆਉਂਦਾ ਫਿਰ ਬਾਣੀ ਨੂੰ ਗੌਰ ਨਾਲ ਸੁਣਿਓ, ਫਿਰ ਬਾਣੀ ਨਾ ਸਾਨੂੰ ਆਪ ਹੀ ਦੱਸੂਗੀ ਮੰਗਣਾ ਕੀ ਹੈ। ਉਹ ਕਹਿੰਦੇ ਮੰਗਣ ਦੀ ਵੀ ਜਾਂਚ ਦੇਖੋ। ਇੱਕ ਕੋਈ ਭਿਖਾਰੀ ਕਿਸੇ ਬਾਦਸ਼ਾਹ ਦੇ ਦਰ ਤੇ ਆਵੇ, ਭਿਖਾਰੀ ਉਹ ਮੰਗ ਲਏਗਾ ਜਿਹੜੀ ਚੀਜ਼ ਭਿਖਾਰੀ ਨੂੰ ਚਾਹੀਦੀ ਹੈ। ਬਾਦਸ਼ਾਹ ਨੂੰ ਨਹੀਂ ਨਾ ਪਤਾ ਉਹਨੂੰ ਕੀ ਚਾਹੀਦਾ। ਬਾਦਸ਼ਾਹ ਤਾਂ ਜੋ ਮੰਗ ਲਏਗਾ, ਬਾਦਸ਼ਾਹ ਜੇ ਦਾਨੀ ਹੈਗਾ ਤਾਂ ਭਿਖਾਰੀ ਨੂੰ ਦੇ ਦੇਗਾ। ਪਰ ਸ਼ਾਹਨ ਸ਼ਾਹ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਮਹਾਨ, ਇੰਦਰਾਨ ਇੰਦਰ, ਬਾਲਾਨ ਬਾਰ, ਅੰਕਾਰ ਅੰਕਾਲਾਨ, ਕਾਲਨ ਭੂਤਾਂ ਗਿਆਬਾ ਪੰਗਤ ਮਿਤ ਪਾਰ, ਗੁਣ ਗਨ ਉਦਾਰ, ਮੁਨ ਗਨ ਪ੍ਰਣਾਮ, ਨਿਰਪੈ ਨਿਕਾਮ, ਅਤ ਦੁੱਤ ਪ੍ਰਚੰਡ, ਮਿਤ ਗਤ ਅਖੰਡਿਆ, ਲਿस्य ਕਰਮ ਅਦ੍ਰਿश्य ਧਰਮ, ਸਰਬਾ ਪ੍ਰਨਾਡਿਆ, ਅੰਡ ਅੰਡ ਬਾਢਿਆ। ਜਿਹੜਾ ਸਾਰਿਆਂ ਨੂੰ ਭਰਨ ਵਾਲਾ, ਸਾਰਿਆਂ ਦੀਆਂ ਝੋਲੀਆਂ ਭਰਨ ਵਾਲਾ ਦਾਤਾ, ਉਹ ਸਤਿਗੁਰੂ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ। ਰਾਜਨ ਮੈਂ ਤੂੰ ਰਾਜਾ ਕਹੀਏ, ਭੂਮਨ ਮੈਂ ਭੂਮਾ, ਠਾਕੁਰ ਮੈਂ ਠੁਕਰਾਈ ਤੇਰੀ, ਕੋਮਨ ਸਿਰ ਕੋਮਾ, ਪਿਤਾ ਮੇਰੋ ਵੱਡੋ ਧਨੀ ਅਗੰਮਾ, ਉਸਤਤ ਕਵਨ ਕਰੀਜੈ ਕਰਤੇ, ਪੇਖ ਰਹੇ ਬਿਸਮਾ। ਉਸ ਸਤਿਗੁਰੂ ਤੋਂ ਜੇਕਰ ਕੁਝ ਮੰਗਣਾ ਨਾ, ਤੇ ਸਾਨੂੰ ਪਤਾ ਅਸੀਂ ਏਡੇ ਵੱਡੇ ਤੋਂ, ਇੰਨੀ ਨਿੱਕੀ ਅਕਲ ਵਾਲੇ ਅਸੀਂ ਵੱਡਾ ਕੁਝ ਮੰਗ ਨਹੀਂ ਸਕਦੇ, ਅਸੀਂ ਨਿੱਕੀਆਂ ਚੀਜ਼ਾਂ ਮੰਗਾਂਗੇ। ਫਿਰ ਸਾਨੂੰ ਮੰਗਣ ਦੀ ਜਾਂਚ ਵੀ ਉਹ ਆਪ ਦੱਸਦਾ। ਉਹ ਕਹਿੰਦੇ ਭੋਲਿਆ, ਜਿਹੜੀ ਚੀਜ਼ ਤੂੰ ਮੰਗ ਰਿਹਾ ਇਹ ਤਾਂ ਤੈਨੂੰ ਦੇ ਹੀ ਦੇਣੀ ਹੈ, ਤੂੰ ਜਿਹੜੀ ਚੀਜ਼ ਮੈਂ ਤੈਨੂੰ ਕਹਿ ਰਿਹਾ ਨਾ ਤੂੰ ਆਹ ਮੰਗ। ਫਿਰ ਗੁਰੂ ਨੇ ਬਾਣੀ ਦੇ ਵਿੱਚ ਸਾਨੂੰ ਮੰਗਣ ਦੀ ਜਾਂਚ ਵੀ ਸਿਖਾਈ। ਸਤਿਗੁਰੂ ਕਹਿੰਦੇ ਨੇ ਮੰਮਾ ਮੰਗਣ ਹਾਰ ਇਆਨਾ, ਦੇਣ ਹਾਰ ਦੇ ਰਹਿਓ ਸੁਜਾਨਾ, ਜੋ ਮੰਗੈ ਸੋ ਮੰਗੈ ਬੀਆ, ਜਾਂ ਤੇ ਕੁਸ਼ਲ ਨਾ ਕਾਹੂ ਥੀਆ। ਮੰਮਾ ਮੰਗਣ ਹਾਰ ਇਆਨਾ, ਇਹ ਮੰਗਣ ਵਾਲਿਆ ਤੂੰ ਬਹੁਤ ਨਿਆਣਾ ਹੈ, ਤੈਨੂੰ ਪਤਾ ਹੀ ਨਹੀਂ, ਤੂੰ ਤਾਂ ਨਿਆਣਿਆਂ ਵਾਂਗੂ ਮੰਗਦਾ। ਜਿਹੜੀਆਂ ਚੀਜ਼ਾਂ ਮਾਫ ਕਰ ਦੇਣਾ, ਜਿਹੜੀਆਂ ਅਸੀਂ ਗੁਰੂ ਤੋਂ ਮੰਗਦੇ ਸੀ, ਨਿਆਣਿਆਂ ਵਾਂਗੂ ਮੰਗਦੇ ਆ, ਅਜੇ ਸਿਆਣਿਆਂ ਵਾਂਗੂ ਅਸੀਂ ਮੰਗਣ ਨਹੀਂ ਲੱਗੇ। ਜਿਸ ਦਿਨ ਸਿਆਣਿਆਂ ਵਾਂਗੂ ਮੰਗਾਂਗੇ ਤੇ ਗੁਰੂ ਸਾਡੀ ਝੋਲੀ ਦੇ ਵਿੱਚ ਦਾਤਾਂ ਪਾਏਗਾ, ਉਸ ਦਿਨ ਪਰਤ ਕੇ ਸਾਨੂੰ ਕੁਝ ਮੰਗਣ ਦੀ ਲੋੜ ਨਹੀਂ ਪਏਗੀ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਅਜੇ ਤੱਕ ਅਸੀਂ ਨਿਆਣਿਆਂ ਵਾਂਗੂ ਮੰਗਦੇ ਆ। ਤੇ ਨਿਆਣੇ ਕੀ ਮੰਗਦੇ ਹੁੰਦੇ ਨੇ? ਨਿਆਣੇ ਉਹ ਚੀਜ਼ਾਂ ਮੰਗਦੇ ਹੁੰਦੇ ਨੇ, ਨਿਆਣਾ ਇਹੋ ਜਿਹੀ ਚੀਜ਼ ਮੰਗਦਾ ਜਿਹੜੀ ਸਦਾ ਨਹੀਂ ਉਹਦੇ ਨਾਲ ਰਹਿੰਦੀ। ਮੇਲੇ ਵਿੱਚ ਲੈ ਜਾਓ ਨਿਆਣੇ ਨੂੰ, ਉਦਾਹਰਨ ਹੈ ਕੇਵਲ, ਮੈਂ ਬਿਲਕੁਲ ਅੱਜ ਜਿਹੜਾ ਹੈਗਾ ਦੇਸੀ ਤਰੀਕੇ ਦੇ ਨਾਲ ਗੱਲ ਕਰ ਰਿਹਾ, ਬਿਲਕੁਲ ਸਾਦੀ ਸਾਡੀ ਪੇਂਡੂ ਢੰਗ ਦੇ ਨਾਲ। ਬੱਚੇ ਨੂੰ ਤੁਸੀਂ ਮੇਲੇ ਦੇ ਵਿੱਚ ਲੈ ਜਾਓ, ਬੱਚੇ ਨੂੰ ਕਹੇ ਮੰਗ ਕੁਝ, ਇਹੋ ਜਿਹੀ ਚੀਜ਼ ਮੰਗੇਗਾ ਜਿਹੜੀ ਘਰ ਤੱਕ ਜਾਂਦੇ ਟੁੱਟ ਜੇ, ਘਰੇ ਵੀ ਨਾ ਪਹੁੰਚੇ ਠੀਕ ਢੰਗ ਨਾਲ। ਅਸੀਂ ਵੀ ਨਾ ਮੇਲੇ ਦੇ ਵਿੱਚ ਗਵਾਚੇ ਹੋਏ ਉਹ ਬੱਚਿਆਂ ਵਰਗੇ ਆ। ਗੁਰੂ ਸਾਨੂੰ ਕਹੇ ਮੰਗ ਕੁਝ, ਅਸੀਂ ਇਹੋ ਜਿਹਾ ਕੁਝ ਮੰਗਾਂਗੇ ਜਿਹੜਾ ਸਾਡੇ ਨਾ ਜ਼ਿੰਦਗੀ 'ਚ ਉਹ ਉਮਰ ਹੋਣ ਤੋਂ ਪਹਿਲਾਂ ਟੁੱਟ ਜੇ। ਉਹ ਕਹੇਗਾ, ਪਿਤਾ ਕਹੇਗਾ ਮੰਗ ਕੁਝ, ਬੱਚਾ ਕਹੇਗਾ ਮੈਨੂੰ ਮਿੱਟੀ ਦਾ ਖਿਡੌਣਾ ਲੈ ਦਿਓ। ਹੁਣ ਮਿੱਟੀ ਦੇ ਖਿਡੌਣੇ ਦੀ ਕਿੰਨੀ ਕੁ ਵੈਲਿਊ ਹੈ? ਪਿਤਾ ਕਹੇਗਾ ਮੰਗ ਕੁਝ, ਬੱਚਾ ਕਹੇਗਾ ਮੈਨੂੰ ਕੱਚ ਦਾ ਖਿਡੌਣਾ ਲੈ ਦਿਓ। ਕਿੰਨਾ ਕੁ ਸਮਾਂ ਨਿਭੇਗਾ? ਪਿਤਾ ਕਹੇਗਾ ਮੰਗ ਕੁਝ ਤੇ ਬੱਚਾ ਕਹਿੰਦਾ ਮੈਨੂੰ ਰਬੜ ਦਾ ਖਿਡੌਣਾ ਲੈ ਦਿਓ। ਸਾਰੀ ਉਮਰ ਕੰਮ ਆਉਣ ਵਾਲਾ ਨਹੀਂ। ਪਰ ਬੱਚੇ ਨੇ ਮੰਗ ਲਿਆ, ਪਿਤਾ ਹੈ, ਹੁਣ ਪਿਤਾ ਬੱਚੇ ਦੀ ਮੰਗ ਪੂਰੀ ਕਰਦਾ ਹੈ। ਪਿਤਾ ਦਾ ਸੁਭਾਅ ਹੈ, ਪਿਤਾ ਮੇਰੋ ਵੱਡੋ ਧਨੀ ਅਗੰਮਾ। ਅਗੰਮ ਹੈ ਨਾ, ਉਹ ਤਾਂ ਪਹੁੰਚ ਤੋਂ ਪਰੇ ਹੈ ਪਿਤਾ।
ਤੇ ਫਿਰ ਉਹ ਬੱਚੇ ਦੀ ਮੰਗ ਮੁਤਾਬਕ ਬੱਚੇ ਨੂੰ ਕੁਝ ਦੇ ਤਾਂ ਦਿੰਦਾ ਹੈ, ਪਰ ਕਿਤੇ ਬੱਚਾ ਸਿਆਣਾ ਹੋਵੇ, ਕੁਝ ਐਸਾ ਮੰਗ ਲਵੇ ਕਿ ਪਰਤ ਕੇ ਉਹਨੂੰ ਕੁਝ ਮੰਗਣ ਦੀ ਲੋੜ ਨਾ ਪਵੇ। ਖਰ ਹੁਣ ਕਵੀ ਹੰਸਰਾਮ ਖੜਾ ਹੈ, ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ। ਹੰਸਰਾਮ ਖਲੋਤਾ ਹੈ, ਪਦਾਰਥ ਸਾਰੇ ਨੇ ਢੇਰ ਲੱਗਿਆ ਪਿਆ ਹੈ, ਸਤਿਗੁਰਾਂ ਨੇ ਭਰ ਦਿੱਤੀਆਂ ਝੋਲੀਆਂ ਮੋਹਰਾਂ ਦੇ ਨਾਲ, ਸੋਨੇ ਦੀਆਂ ਮੋਹਰਾਂ ਨਾਲ ਝੋਲੀ ਭਰੀ ਹੈ। ਸੰਗਤਾਂ ਨੇ ਬਹੁਤ ਜ਼ਿਆਦਾ ਜਿਹੜਾ ਗਿਫਟ ਦਿੱਤੇ ਨੇ, ਬਹੁਤ ਜ਼ਿਆਦਾ ਉਪਹਾਰ ਦਿੱਤੇ ਨੇ, ਭੇਟਾਵਾਂ ਬਹੁਤ ਹੋ ਗਈਆਂ ਨੇ, ਕੱਪੜੇ ਦੀ ਕੋਈ ਕਮੀ ਨਹੀਂ, ਢੇਰ ਲੱਗੇ ਪਏ ਨੇ। ਤੇ ਇਸੇ ਕਰਕੇ ਸਤਿਗੁਰਾਂ ਨੇ ਲਿਜਾਣ ਵਾਸਤੇ ਇੱਕ ਹਾਥੀ ਵੀ ਦੇ ਦਿੱਤਾ। ਹੁਣ ਕਵੀ ਹੰਸਰਾਮ ਅਜੇ ਵੀ ਆਪਣੇ ਦਿਮਾਗ ਨੂੰ ਖੁਰਚ ਰਿਹਾ, ਸੁਰ ਤੇ ਜ਼ੋਰ ਦੇ ਰਿਹਾ। ਉਹ ਕਹਿੰਦਾ ਕੁਝ ਨਾ ਕੁਝ ਤਾਂ ਜ਼ਰੂਰ ਭੁੱਲ ਰਿਹਾ। ਸਤਿਗੁਰੂ ਪਾਤਸ਼ਾਹ ਵੀ ਦੇਖ ਰਹੇ ਨੇ ਤੇ ਮੁਸਕਰਾ ਰਹੇ ਨੇ। ਗੁਰੂ ਦਾ ਹੱਸਣਾ ਵੀ ਆਮ ਨਹੀਂ ਹੁੰਦਾ। ਗੁਰੂ ਜਦੋਂ ਹੱਸਦਾ ਹੈ ਉਹਦਾ ਹਾਸਾ ਵੀ ਆਮ ਨਹੀਂ ਹੁੰਦਾ, ਤੇ ਗੁਰੂ ਦੀ ਅੱਖ ਦਾ ਅਥਰੂ ਵੀ ਆਮ ਨਹੀਂ ਹੁੰਦਾ। ਗੁਰੂ ਦੀ ਅੱਖ ਤੋਂ ਜੇ ਅਥਰੂ ਕਿਰੇ, ਮਹਾਨ ਬੰਦਿਆਂ ਦੀ ਅੱਖ ਚੋਂ ਡਿੱਗਿਆ ਹੋਇਆ ਅਥਰੂ ਪਤਾ ਨਹੀਂ ਕਿੰਨਿਆਂ ਕਦੇ ਪਾਪ ਧੋ ਦਿੰਦਾ ਹੈ, ਤੇ ਮਹਾਨ ਬੰਦਿਆਂ ਦੇ ਲਬਾਂ ਦੇ ਵਿੱਚੋਂ ਨਿਕਲਣ ਵਾਲਾ ਹਾਸਾ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਘਰ ਖੁਸ਼ੀਆਂ ਦੇ ਨਾਲ ਭਰ ਦਿੰਦਾ ਹੈ। ਮਹਾਨ ਮਨੁੱਖਾਂ ਦੇ ਕੰਮ ਮਹਾਨ ਹੁੰਦੇ ਨੇ, ਵੱਡੇ ਮਨੁੱਖਾਂ ਦੇ ਕੰਮ ਵੱਡੇ ਹੁੰਦੇ ਨੇ। ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਹੰਸਰਾਮ ਲੱਗਦਾ ਅਜੇ ਤੱਕ ਕੁਝ ਮੰਗਣਾ ਹੈ, ਬਾਕੀ ਤੇਰਾ ਮਨ ਕਰਦਾ ਕੁਝ ਮੰਗ ਲੈ। ਤੇ ਕਹਿਣ ਲੱਗੇ ਲੱਗਦਾ ਇਹ ਵੀ ਹੈ ਵੀ ਤੂੰ ਕੁਝ ਮੰਗਣਾ ਚਾਹੁੰਦਾ ਪਰ ਭੁੱਲ ਗਿਆ ਹੈ। ਕਵੀ ਹੰਸਰਾਮ ਫਿਰ ਇੱਕ ਗੱਲ ਕਹਿੰਦਾ ਸਤਿਗੁਰੂ ਭੁੱਲ ਤਾਂ ਗਿਆ, ਪਰ ਇੱਕ ਗੱਲ ਹੈ, ਬੰਦਾ ਹਮੇਸ਼ਾ ਭੁੱਲਦਾ ਹੈ ਤੇ ਗੁਰੂ ਹਮੇਸ਼ਾ ਯਾਦ ਕਰਾਉਂਦਾ ਹੈ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਮੈਂ ਤਾਂ ਭੁੱਲ ਗਿਆ, ਤੁਸੀਂ ਤਾਂ ਨਹੀਂ ਭੁੱਲੇ। ਜੇ ਮੈਂ ਭੁੱਲ ਗਿਆ ਤੇ ਸਤਿਗੁਰੂ ਤੁਸੀਂ ਚੇਤੇ ਕਰਵਾ ਦਿਓ। ਗੁਰੂ ਐਸਾ ਹੈ ਜਿਹੜਾ ਸਾਨੂੰ ਮੰਗਣ ਆਇਆ ਨੂੰ ਮੰਗਣਾ ਵੀ ਚੇਤੇ ਕਰਵਾਉਂਦਾ ਆ। ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਚੇਤੇ ਵਿੱਚ ਸ਼ਾਇਦ ਥੋੜਾ ਜਿਹਾ ਜ਼ੋਰ ਦੇ ਤੇ ਸ਼ਾਇਦ ਚੇਤੇ ਵਿੱਚ ਆ ਜਾਏ। ਕਵੀ ਹੰਸਰਾਮ ਦੇ ਚੇਤੇ ਵਿੱਚ ਆਉਂਦੀ ਹੈ ਗੱਲ। ਕਵੀ ਹੰਸਰਾਮ ਕਹਿੰਦਾ ਸਤਿਗੁਰੂ ਇਹ ਹਾਥੀ ਦੇ ਦਿੱਤੇ, ਧੰਨਵਾਦ ਤੁਹਾਡਾ, ਨਹੀਂ ਤਾਂ ਮੁਝ ਗਰੀਬ ਕੋਲ ਇੰਨਾ ਵੱਡੀ ਸਵਾਰੀ ਖਰੀਦਣ ਦੀ ਕਿਆ ਮੇਰੀ ਪਾਇਆ ਸੀਗੀ। ਸਤਿਗੁਰੂ ਤੁਸੀਂ ਮੈਨੂੰ ਘੋੜੇ ਨਾਲ ਵੀ ਨਵਾਜ ਦਿਓਗੇ ਜੇ ਮੰਗ ਲਵਾਂ ਤਾਂ। ਤੁਸੀਂ ਸੋਨੇ ਦੀਆਂ ਮੋਹਰਾਂ ਨਾਲ ਨਵਾਜ ਦਿੱਤਾ, ਕੁਝ ਮਰਜ਼ੀ ਖਰੀਦ ਲਵਾਂ। ਬੇਸ਼ੁਮਾਰ ਵਸਤਰ, ਅੰਨ ਧਨ ਬਹੁਤ ਕੁਝ ਦੇ ਦਿੱਤਾ। ਦਾਤਾ ਜੀ ਹੁਣ ਮੈਂ ਇਹ ਸਾਰਾ ਕੁਝ ਜਿਹੜਾ ਹੈਗਾ ਰੱਖ ਲਾਂਗਾ, ਮੈਂ ਅਮੀਰ ਵੀ ਹੋ ਜਾਵਾਂਗਾ, ਪਰ ਸਤਿਗੁਰਾ ਇੱਕ ਕੰਮ ਕਰ, ਜਿਹੜਾ ਇਹ ਸਾਰੀਆਂ ਚੀਜ਼ਾਂ ਵੇਚ ਕੇ ਵੀ ਨਹੀਂ ਚੀਜ਼ ਮਿਲਦੀ, ਮੈਨੂੰ ਉਹ ਚੀਜ਼ ਦੇ ਦੇ। ਆ ਹੈ ਜਦੋਂ ਗੁਰੂ ਤੋਂ ਕੋਈ ਮਨੁੱਖ ਜਿਹੜਾ ਗੁਰੂ ਜੀ ਦੇ ਅੰਦਰ ਅਕਲ ਲਤਾਫਤ ਪਾਉਂਦਾ ਹੈ। ਕਹਿੰਦੇ ਸਾਰੀਆਂ ਚੀਜ਼ਾਂ ਜਦੋਂ ਇਹ ਦਾਅ ਤੇ ਲੱਗ ਜਾਣ ਤੇ ਫਿਰ ਵੀ ਉਹ ਚੀਜ਼ ਨਾ ਮਿਲੇ, ਮੈਨੂੰ ਉਹ ਦਿਓ। ਸਾਹਿਬ ਪਾਤਸ਼ਾਹ ਕਹਿੰਦੇ ਨੇ ਕੀ ਮੰਗਣਾ ਚਾਹੁੰਦਾ ਹੈ? ਅੱਗੋਂ ਜਵਾਬ ਆਉਂਦਾ, ਕਹਿੰਦੇ ਸਤਿਗੁਰੂ ਤੇਰੇ ਚਰਨਾਂ ਦੇ ਵਿੱਚ ਥਾਂ ਦੇ ਦੇ, ਕਿਉਂਕਿ ਤੇਰੇ ਚਰਨਾਂ ਦੇ ਵਿੱਚ ਥਾਂ ਦੁਨੀਆ ਦੀ ਕਿਸੇ ਕੀਮਤ ਤੇ ਨਹੀਂ ਮਿਲਦੀ। ਬੋਲੋ ਸਤਨਾਮ। ਦੁਨੀਆ ਦੀਆਂ ਸਾਰੀਆਂ ਕੀਮਤਾਂ ਅਦਾ ਕਰਕੇ ਗੁਰ ਚਰਨਾਂ ਦੇ ਵਿੱਚ ਸਥਾਨ ਪ੍ਰਾਪਤ ਨਹੀਂ ਹੁੰਦਾ। ਗੁਰ ਚਰਨਾਂ ਦੇ ਵਿੱਚ ਸਥਾਨ ਪ੍ਰਾਪਤ ਕਿਵੇਂ ਹੁੰਦਾ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਦਰਜ ਆ। ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹੋ ਸਾਰੇ। ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਅੰਕਿਤ ਕੀਤਾ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਨਦਰ ਤੋਂ ਬਿਨਾ, ਬਖਸ਼ਿਸ਼ ਤੋਂ ਬਿਨਾ ਗੁਰਚਰਨਾਂ ਦੇ ਵਿੱਚ ਸਥਾਨ ਪ੍ਰਾਪਤ ਨਹੀਂ ਹੁੰਦਾ। ਤੇ ਕਲਗੀਧਰ ਪਾਤਸ਼ਾਹ ਆਪ ਰਹਿਮਤ ਕਰਦੇ ਨੇ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਓ, ਤਾਂ ਕਿ ਤਾਪ ਤਨਕ ਮੈਂ ਹਰਿਓ। ਰਿੱਧ ਸਿੱਧ ਕਰਮੋਂ ਸਭ ਹੋਈ, ਦੁਸ਼ਟ ਸ਼ਾਸ਼ਵੈ ਸਕੈ ਨ ਕੋਈ। ਏਕ ਬਾਰ ਜਿਨ ਤੁਮੇ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ। ਜਨਰ ਨਾਮ ਤਿਹਾਰੋ ਕਾ। ਦੁਨੀਆ ਦੇ ਸਾਰੇ ਦੁੱਖ ਮੁੱਕ ਜਾਂਦੇ ਨੇ ਜੇ ਗੁਰੂ ਦੇ ਚਰਨਾਂ ਵਿੱਚ ਸਥਾਨ ਮਿਲ ਜਾਵੇ। ਏਕ ਬਾਰ ਜਿਨ ਤੁਮੇ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ। ਅਗਲੇ ਸ਼ਬਦ ਤੁਹਾਨੂੰ ਆਪ ਪਤਾ ਨੇ, ਦਾਰਦ ਦੁਸ਼ਟ ਦੁੱਖ ਤੇ ਰਹਾ। ਦੁਨੀਆ ਦੇ ਸਾਰੇ ਦੁੱਖ ਮੁੱਕ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਸੀਨੇ ਨਾਲ ਲਾ ਲੈਂਦੇ ਨੇ ਹੰਸਰਾਮ ਨੂੰ। ਕਹਿਣ ਲੱਗੇ, ਸੋਚਿਆ ਸੀ ਹੰਸਰਾਮ ਕਿਤੇ ਟਪਲਾ ਖਾ ਜਾਏਗਾ ਦੌਲਤ ਦੇ, ਮਾਇਆ ਦੇ ਅੰਬਾਰ ਦੇਖ ਕੇ। ਕਿਤੇ ਬੰਦਾ ਨਾ ਕਈ ਵਾਰੀ ਪਦਾਰਥਾਂ ਨੂੰ ਦੇਖ ਕੇ, ਜਿਹੜੀ ਚੀਜ਼ ਅਸਲ ਹੈ ਮੰਗਣ ਵਾਲੀ, ਜੋ ਮੰਗਿਆ ਸੋ ਮੰਗਿਆ ਬੀਆ, ਜਾਂ ਤੇ ਕੁਸ਼ਲ ਨਾ ਕਾਹੂ ਥੀਆ। ਦੂਜੇ ਪਦਾਰਥਾਂ ਨੂੰ ਮੰਗਦਾ ਮੰਗਦਾ ਕਈ ਵਾਰੀ ਆਪਣੀ
ਕੁਸ਼ਲਤਾ, ਕੁਸ਼ਲਤਾ ਦਾ ਮਤਲਬ ਹੈ ਸਟੀਕ ਰਸਤਾ, ਉਹ ਗਵਾ ਬੈਠਦਾ। ਸਾਹਿਬ ਪਾਤਸ਼ਾਹ ਕਹਿੰਦੇ ਨੇ ਨਹੀਂ, ਪਦਾਰਥ ਤੈਨੂੰ ਗੁਰੂ ਨੇ ਬਖਸ਼ੀ ਦੇਣੇ ਨੇ, ਗੁਰੂ ਤੈਨੂੰ ਕਦੇ ਪਦਾਰਥਾਂ ਤੋਂ ਭੁੱਖਾ ਨਹੀਂ ਰੱਖੇਗਾ। ਤੁਸੀਂ ਸ਼ਾਇਦ ਜਦੋਂ ਸਤਿਗੁਰੂ ਪਾਤਸ਼ਾਹ ਆਨੰਦਪੁਰ ਦੇ ਕਿਲੇ ਨੂੰ ਤਿਆਗਦੇ ਨੇ ਨਾ, ਛੱਡਦੇ ਨੇ, ਆਨੰਦਪੁਰ ਗੜ੍ਹ ਨੂੰ ਛੱਡਦੇ ਨੇ, ਕਿਲਾ ਆਨੰਦਪੁਰ ਤਿਆਗ ਕੇ ਜਦੋਂ ਤੁਰਦੇ ਨੇ, ਸਤਿਗੁਰੂ ਸਾਰੀ ਦੌਲਤ ਸਤਲੁਜ ਵਿੱਚ ਵਹਾ ਦਿੰਦੇ ਨੇ, ਸਾਰੀ ਦੌਲਤ। ਇੱਕ ਸਿੱਖ ਲਕੋ ਲੈਂਦਾ ਹੈ ਸਤਿਗੁਰਾਂ ਦੇ ਕਮਾਨ ਦੇ ਚਿੱਲੇ ਦੀ ਸੁਨਹਿਰੀ ਡੋਰ, ਸਤਿਗੁਰੂ ਉਹ ਵੀ ਉਹਦੇ ਤੋਂ ਲੈ ਕੇ ਸੁੱਟ ਦਿੰਦੇ ਨੇ। ਤੇ ਉਹਨਾਂ ਨੂੰ ਜਦੋਂ ਸਤਿਗੁਰਾਂ ਨੂੰ ਪੁੱਛਦੇ ਨੇ, ਸਿੱਖ ਸਵਾਲ ਕਰਦੇ, ਸਤਿਗੁਰੂ ਥੋੜੀ ਬਹੁਤੀ ਰਾਸ ਰੱਖ ਕੇ ਤੇ ਤੁਸੀਂ ਸਾਰਾ ਖਜ਼ਾਨਾ ਜਿਹੜਾ ਹੈਗਾ ਸਤਲੁਜ ਵਿੱਚ ਵਹਾ ਦਿੱਤਾ। ਸਤਿਗੁਰੂ ਪਾਤਸ਼ਾਹ ਕੀ ਗੱਲ ਕਹਿੰਦੇ ਨੇ, ਬਹੁਤ ਲੋਕ ਤਾਂ ਇਹਨਾਂ ਤੇ ਤਰਕ ਵਿਤਰਕ ਵੀ ਕਰਦੇ, ਰੈਸ਼ਨਲਿਸਟ ਲੋਕ ਹੁੰਦੇ ਨੇ ਜਿਹੜੇ, ਪਰ ਤੁਸੀਂ ਗੁਰੂ ਸਾਹਿਬ ਦੇ ਉਹਨਾਂ ਇਸ਼ਾਰਿਆਂ ਨੂੰ ਸਮਝੋ। ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਸਾਜੋ ਸਮਾਨ ਹੈ ਇਹ ਮੇਰੇ ਸਿੱਖ ਵਰਤਣਗੇ, ਇਹਨਾਂ ਦੇ ਘਰ ਵਿੱਚ ਕਦੇ ਤੋਟ ਨਹੀਂ ਆਏਗੀ। ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਗੁਰੂ ਨੇ ਸਾਨੂੰ ਸਭ ਤੋਂ ਵੱਡਾ ਖਜ਼ਾਨਾ ਤਾਂ ਆਹੀ ਬਖਸ਼ ਦਿੱਤਾ ਕਿ ਅਸੀਂ ਕਿਰਤ ਕਰਦੇ ਹਾਂ, ਤੇ ਕਿਰਤ ਕਰਨ ਵਾਲੇ ਮਨੁੱਖ ਦੇ ਘਰੇ ਕਦੇ ਤੋਟ ਨਹੀਂ ਆਉਂਦੀ। ਅੱਜ ਬਦਕਿਸਮਤੀ ਪਤਾ ਕੀ ਹੈ, ਗੁਰੂ ਤੋਂ ਦੂਰ ਹੋਣ ਦਾ ਤੇ ਸਾਡਾ ਜੀਵਨ ਦੇ ਵਿੱਚ ਮੁਫਲਸ ਹੋਣ ਦਾ, ਗੁਰਬਤ ਦੇ ਵਿੱਚ ਜਾਣ ਦਾ ਕਾਰਨ ਸਾਡੀ ਕਿਰਤ ਦਾ ਸਾਡੇ ਉੱਥੋਂ ਦੂਰ ਹੋ ਜਾਣਾ। ਅਸੀਂ ਕਿਰਤ ਕਰਨਾ ਭੁੱਲ ਗਏ ਹਾਂ। ਕਿਰਤੀ ਜੀਵਨ ਹੌਲੀ ਹੌਲੀ ਖਤਮ ਹੁੰਦਾ ਲੱਗਿਆ ਤੁਰਿਆ ਜਾ ਰਿਹਾ ਹੈ। ਕਿਰਤ ਹੋਣੀ ਬਹੁਤ ਜ਼ਰੂਰੀ, ਕਿਰਤ ਕਿਸੇ ਤਰ੍ਹਾਂ ਦੀ ਵੀ ਹੋਵੇ। ਅਸੀਂ ਕਿਰਤ ਨੂੰ, ਦੂਜਾ ਹੈ ਇਸ ਮੁਲਕ ਦੇ ਵਿੱਚ ਕਿਰਤ ਨੂੰ ਨੀਵਾਂ ਜਿਹੜਾ ਦੱਸਣਾ ਸ਼ੁਰੂ ਕਰ ਦਿੱਤਾ। ਕਿਰਤੀ ਲੋਕਾਂ ਨੂੰ ਜਿਹੜਾ ਹੈਗਾ ਉਹ ਸ਼ਡਿਊਲ ਸ਼੍ਰੇਣੀਆਂ ਦੇ ਵਿੱਚ ਪਾ ਦਿੱਤਾ ਗਿਆ ਵੀ ਇਹ ਤਾਂ ਕਿਸੇ ਸੂਚੀ 'ਚ ਹੀ ਨਹੀਂ ਆਉਂਦੇ, ਅਨਸੂਚਿਤ ਹੋ ਗਏ। ਮੈਂ ਤਾਂ ਪਿਛਲੇ ਦਿਨੀ ਹੈਰਾਨ ਰਹਿ ਗਿਆ, ਜਿਹੜੇ ਘਰ ਦੇ ਵਿੱਚ ਕੋਈ ਜਾਤ ਨਹੀਂ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਆ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣ ਰਹੀਆਂ ਨੇ, ਦੂਰ ਤੱਕ ਆਵਾਜ਼ ਪਹੁੰਚੇਗੀ ਇਹਦੀ, ਦੇਸ਼ਾਂ ਵਿਦੇਸ਼ਾਂ ਤੱਕ ਵੀ, ਵੈਸੇ ਬਹੁਤ ਲੋਕਾਂ ਨੇ ਆਵਾਜ਼ ਉਠਾਈ ਵੀ ਹੈ। ਉਹਦੇ ਵਿੱਚ ਵੀ ਇੱਕ ਕਾਲਮ ਦਰਜ ਕਰ ਦਿੱਤਾ, ਅਨੁਸੂਚਿਤ ਜਾਤੀਆਂ ਦੇ ਲਈ ਵਿਸ਼ੇਸ਼ ਫਾਰਮ। ਕਮਾਲ ਹੋ ਗਈ, ਸਿੱਖਾਂ 'ਚ ਕੋਈ ਜਾਤ ਪਾਤ ਹੀ ਨਹੀਂ ਤੇ ਅਨੁਸੂਚਿਤ ਜਾਤੀ ਕਿੱਥੋਂ ਆ ਗਈ? ਇਹ ਕਿਉਂ ਕੀਤਾ ਜਾ ਰਿਹਾ ਹੈ? ਪਰਤ ਕੇ ਉਹੀ ਵਰਨ ਵੰਡ ਸਿਸਟਮ ਸਾਡੇ ਵਿੱਚ ਵਾੜਿਆ ਜਾ ਰਿਹਾ ਹੈ। ਖਰ ਕਿਰਤੀ ਲੋਕਾਂ ਦੀ ਕਦਰ ਤੇ ਅਦਬ ਹੋਣਾ ਚਾਹੀਦਾ। ਸਤਿਗੁਰੂ ਕਰਦੇ ਰਹੇ ਆਪਣੇ ਟਾਈਮ ਦੇ ਵਿੱਚ ਕਿਰਤੀਆਂ ਦਾ ਅਦਬ, ਕਿਰਤੀਆਂ ਦਾ ਸਤਿਕਾਰ। ਕਿੰਨਾ ਕੁ ਸਤਿਕਾਰ ਕਰਦੇ ਰਹੇ, ਕਿਸੇ ਵਿਹਲੜ ਦੇ ਹੱਥ ਤੋਂ ਸਤਿਗੁਰਾਂ ਨੇ ਪਾਣੀ ਦਾ ਇੱਕ ਲੋਟਾ ਲੈ ਕੇ ਨਹੀਂ ਪੀਤਾ, ਵਗਾ ਕੇ ਮਾਰਿਆ ਸੀ, ਕਹਿੰਦੇ ਤੇਰੇ ਹੱਥ ਮੈਲੇ ਨੇ ਤੇ ਮੈਲੇ ਹੱਥਾਂ ਤੋਂ ਲੈ ਕੇ ਮੈਂ ਨਹੀਂ ਪੀਣਾ। ਕਿਸੇ ਬੰਦੇ ਨੇ ਲੋਟਾ ਦਿੱਤਾ ਪਾਣੀ ਦਾ ਸਤਿਗੁਰਾਂ ਨੂੰ, ਨੌਜਵਾਨ ਸੀ ਮੁੰਡਾ ਉਹ, ਤੇ ਸਾਹਿਬ ਪਾਤਸ਼ਾਹ ਨੇ ਨੀਰ ਉਹਦੇ ਹੱਥਾਂ 'ਚੋਂ ਫੜ ਕੇ ਨਾ, ਗੜਵਾ ਉਹ ਨੀਰ ਦਾ, ਸਤਿਗੁਰਾਂ ਨੇ ਵਗਾ ਕੇ ਮਾਰਿਆ। ਕਹਿਣ ਲੱਗੇ ਮੈਲੇ ਹੱਥਾਂ ਨਾਲ ਫੜਾ ਰਿਹਾ। ਉਹ ਕਹਿੰਦਾ ਸਤਿਗੁਰੂ ਮੈਂ ਤਾਂ ਕਦੇ ਕਿਸੇ ਚੀਜ਼ ਨੂੰ ਹੱਥ ਲਾਇਆ ਹੀ ਨਹੀਂ, ਮੈਂ ਤਾਂ ਆਪਣੇ ਜੋੜਿਆਂ ਨੂੰ ਵੀ ਆਪ ਹੱਥ ਨਹੀਂ ਲਾਉਂਦਾ, ਲੋਕ ਪਹਿਨਾਉਂਦੇ ਨੇ, ਮੇਰੇ ਤਾਂ ਨੌਕਰ ਚਾਕਰ। ਪਹਿਲੀ ਵਾਰੀ ਇਹ ਤੁਹਾਨੂੰ ਪਾਣੀ ਫੜਾਇਆ, ਨਹੀਂ ਤਾਂ ਮੈਂ ਆਪ ਵੀ ਆਪਣਾ ਪਾਣੀ ਚੱਕ ਕੇ ਕਦੇ ਨਹੀਂ ਪੀਤਾ। ਸਤਿਗੁਰੂ ਕਹਿੰਦੇ ਤਾਂ ਹੀ ਤਾਂ ਤੈਨੂੰ ਕਹਿ ਰਹੇ ਆ ਵੀ ਤੇਰੇ ਹੱਥ ਮੈਲੇ ਨੇ। ਅਸੀਂ ਸੁੱਚੇ ਹੱਥ ਉਹਨਾਂ ਨੂੰ ਮੰਨਦੇ ਹਾਂ ਜਿਹੜੇ ਲੋਕ ਕਿਰਤ ਕਰਦੇ ਨੇ। ਇਹ ਸਾਡੇ ਗੁਰੂ ਦਾ ਉਪਦੇਸ਼ ਹੈ। ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਇ ਤਾਰੇ, ਐਸੇ ਮਹਾਨ ਗੁਰੂ ਦਾ ਉਪਦੇਸ਼ ਹੈ। ਤੇ ਐਸੇ ਗੁਰੂ ਦੇ ਉਹਨਾਂ ਉਪਦੇਸ਼ਾਂ ਨੂੰ ਵਿਸਾਰਨਾ ਨਹੀਂ ਚਾਹੀਦਾ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਮਨ ਬਿਲਾਸ ਮੋ ਰੰਗ ਕਣਾ ਦ੍ਰਿਸ਼ਟ ਭੂਲ ਖੁਸ਼ੀਆਂ। ਜਦੋਂ ਮਨੁੱਖ ਦਾ ਮਨ ਕਹਿੰਦੇ ਵਿਲਾਸਾਂ ਦੇ ਵਿੱਚ, ਰਸਾਂ ਦੇ ਵਿੱਚ ਵਿਲਪਤ ਹੋ ਜਾਂਦਾ ਨਾ, ਤੇ ਫਿਰ ਕਹਿੰਦੇ ਕੱਲੇ ਦ੍ਰਿਸ਼ਟੀ ਦਾ ਭਰਮ ਹੈ ਸ੍ਰਿਸ਼ਟੀ, ਤੇ ਦ੍ਰਿਸ਼ਟੀ ਦੇ ਭਰਮ ਸ੍ਰਿਸ਼ਟੀ ਦੇ ਵਿੱਚ ਖੁਸ਼ੀਆਂ ਮਾਣਨ ਦਾ ਯਤਨ ਕਰਦਾ ਹੈ, ਖੁਸ਼ੀਆਂ ਲੱਭਣ ਦਾ ਯਤਨ ਕਰਦਾ ਹੈ। ਪਰ ਸਾਹਿਬ ਪਾਤਸ਼ਾਹ ਕਹਿੰਦੇ ਨੇ ਕਿ ਇਹ ਸੰਸਾਰ ਕਬੀਰ ਜਗ ਕਾਜਲ ਕੀ ਕੋਠਰੀ, ਅੰਧਾ ਨਿਕਸ਼ੋ ਆਏ ਜੋਤ ਬਿਨਾ ਜਗਦੀਸ਼ ਕੀ ਜਗ ਤੋਂ ਲੰਘੇ ਜਾਏ। ਜਗ ਤਾਂ ਕਹਿੰਦੇ ਕਾਜਲ ਕੀ ਕੋਠਰੀ ਹੈ, ਤੇ ਕਾਜਲ ਕੀ ਹੁੰਦਾ ਹੈ? ਕਾਲਖ ਵਾਲੀ ਥਾਂ। ਉਹ ਕਹਿੰਦੇ ਜਿੱਥੋਂ ਖੁਸ਼ੀਆਂ ਲੱਭਦਾ, ਇੱਥੇ ਕਾਲਖ ਤੋਂ ਬਿਨਾ ਲੱਭਣਾ ਕੁਝ ਨਹੀਂ ਹੋਰ। ਦ੍ਰਿਸ਼ਟ ਭੂਲ ਕਹਿੰਦੇ ਦ੍ਰਿਸ਼ਟੀ ਦੀ ਭੁੱਲ, ਵਿਅਰਥ ਦੀਆਂ ਖੁਸ਼ੀਆਂ ਦ੍ਰਿਸ਼ਟੀ ਦੀ ਭੁੱਲ। ਤੇ ਫਿਰ ਕਹਿੰਦੇ ਤੁਸੀਂ ਤਾਂ ਕਹਿੰਦੇ ਹੋ ਬੰਦਾ ਖੁਸ਼ੀਆਂ ਲੱਭੇਗਾ ਪਦਾਰਥਾਂ ਚੋਂ। ਸਤਿਗੁਰੂ ਕਹਿੰਦੇ ਮੈਂ ਦੁਨੀਆ ਦੇ ਬਾਦਸ਼ਾਹ ਸੰਸਿਆਂ ਦੇ ਵਿੱਚ ਆਪਣੀਆਂ ਰਾਤਾਂ ਦੀਆਂ ਨੀਂਦਰਾਂ ਗਵਾਉਂਦੇ ਦੇਖੇ ਨੇ, ਤੇ ਆਰਟੀਫੀਸ਼ੀਅਲ ਨੀਂਦ, ਨਕਲੀ ਨੀਂਦ ਦੀਆਂ ਗੋਲੀਆਂ ਲੈ ਲੈ ਕੇ ਲੋਕ ਲੈਂਦੇ ਦੇਖੇ ਨੇ। ਅੱਜ ਦੇ ਸਮੇਂ ਵਿੱਚ ਹੋ ਰਿਹਾ ਨਕਲੀ ਨੀਂਦ, ਕਿਉਂਕਿ ਬਿਸਤਰਾਂ ਦੇ ਪ੍ਰਬੰਧ ਤਾਂ ਹਨ, ਨੀਂਦ ਕਿੱਥੋਂ ਖਰੀਦੀ ਜਾ ਸਕਦੀ ਹੈ? ਪਦਾਰਥ 36 ਪ੍ਰਕਾਰ ਦੇ ਹਨ, ਭੁੱਖ ਕਿੱਥੋਂ ਖਰੀਦੇਗਾ? ਭੁੱਖ ਤਾਂ ਸਰੀਰ ਦੀ ਲੋੜ ਹੈ, ਤੇ ਸਰੀਰ ਜੇ ਕੁਝ ਨਾ ਕੁਝ ਵਰਕ ਕਰੇਗਾ ਤੇ ਭੁੱਖ ਲੱਗੇਗੀ, ਜੇ ਕੰਮ ਹੀ ਨਹੀਂ ਕਰੇਗਾ ਸਰੀਰ ਨੂੰ ਭੁੱਖ ਕਾਹਦੀ?
ਤਾਂ ਸਾਹਿਬ ਪਾਤਸ਼ਾਹ ਕਹਿੰਦੇ ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆਂ। ਮੈਂ ਤਖਤਾਂ ਤੇ ਬੈਠੇ ਹੋਏ ਬਾਦਸ਼ਾਹ ਉਹਨਾਂ ਲੋਕਾਂ ਨਾਲੋਂ ਵੀ ਵੱਧ ਚਿੰਤਾ ਦੇ ਵਿੱਚ ਡੁੱਬੇ ਹੋਏ ਦੇਖੇ ਨੇ, ਜਿਹੜੇ ਲੋਕ ਸਾਰਾ ਦਿਨ ਕੰਮ ਕਰਦੇ ਨੇ ਤੇ ਰਾਤ ਨੂੰ ਜਿਹੜਾ ਹੈਗਾ ਉਹ ਬਿਲਕੁਲ ਨਿਸਲ ਹੋ ਕੇ ਹੋਏ ਨਿਸੰਗ ਨਿਸਲ ਹੋਏ ਰਹੀਏ, ਇਸ ਤਰ੍ਹਾਂ ਦੀ ਅਵਸਥਾ ਵਿੱਚ ਸੌ ਜਾਂਦੇ ਨੇ। ਕਹਿੰਦੇ ਮੈਂ ਚਿੰਤਾ ਦੇ ਵਿੱਚ ਸੁੱਤੇ ਹੋਏ ਲੋਕ ਦੇਖੇ ਨੇ, ਨੀਂਦ ਜਿਨ੍ਹਾਂ ਦੇ ਕਰਵਟਾਂ ਬਦਲਦੇ, ਸਾਰੀ ਸਾਰੀ ਰਾਤ ਲੰਘ ਜਾਂਦੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਛਤਰਧਾਰ ਬਾਦਸ਼ਾਹ, ਛਤਰਾਂ ਦੇ ਥੱਲੇ ਬੈਠਣ ਵਾਲੇ, ਸਹਿਸਿਆਂ ਦੇ ਵਿੱਚ, ਚਿੰਤਾਵਾਂ ਦੇ ਵਿੱਚ, ਝੋਰਿਆਂ ਦੇ ਵਿੱਚ, ਚਗਿਰਦਿਆਂ ਦੇ ਵਿੱਚ 4 ਚੁਫੇਰੇ ਸਿਕਿਉਰਿਟੀ ਗਾਰਡ ਖੜੇ ਨੇ, ਡਰ ਦੇ ਵਿੱਚ ਜੀਵਨ ਬਸ਼ਰ ਕਰ ਰਹੇ ਨੇ। ਛਤਰਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਭਰੀਆਂ। ਪਰ ਅੱਗੇ ਸਤਿਗੁਰੂ ਜੀ ਦਾ ਹੱਲ ਦੱਸਦੇ ਨੇ, ਸੋਲੂਸ਼ਨ। ਉਹ ਕਹਿੰਦੇ ਭਾਈ ਰੇ ਸੁਖ ਸਾਧ ਸੰਗ ਪਾਇਆ। ਸੁਖ ਪ੍ਰਾਪਤ ਕਰਨਾ ਚਾਹੁੰਦਾ ਹੈ, ਗੁਰੂ ਦੀ ਸੰਗਤ ਤੋਂ ਬਿਨਾ, ਸਿੱਖਾਂ ਦੀ ਸੰਗਤ ਤੋਂ ਬਿਨਾ ਸੁਖ ਨਹੀਂ ਜੇ ਮਿਲਣਾ। ਸੁਖ ਸਾਧ ਸੰਗ ਪਾਇਆ, ਲਿਖਿਆ ਲੇਖ ਤਨ ਪੁਰਖ ਵਿਧਾਤੇ, ਦੁੱਖ ਸਹਿਸਾ ਮਿਟ ਗਿਆ। ਵਾਹ ਕਿਆ ਸ਼ਬਦ ਨੇ। ਲਿਖਿਆ ਲੇਖ, ਸੰਗਤ ਵਿੱਚ ਆਏਗਾ ਤੇ ਤੇਰੀ ਸੁਰਤ ਦੇ ਲੇਖ ਗੁਰੂ ਬਦਲ ਜਾਏਗਾ, ਤੇਰੇ ਸਹਿਸੇ ਵੀ, ਤੇਰੇ ਸੰਸੇ ਵੀ ਮਿਟ ਜਾਣਗੇ ਤੇ ਤੇਰੇ ਦੁੱਖ ਵੀ ਮਿਟ ਜਾਣਗੇ। ਕਿਉਂਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਸੰਸਾ ਆਏਗਾ ਫਿਰ ਮੈਲ ਆਏਗੀ, ਤੇ ਫਿਰ ਕਹਿੰਦੇ ਜੇ ਮੈਲ ਆਏਗੀ ਤਾਂ ਮੈਲ ਨੂੰ ਧੋਣ ਦਾ ਇੱਕ ਹੀ ਹੱਲ, ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਫਿਰ ਸਾਹਿਬ ਪਾਤਸ਼ਾਹ ਕਹਿੰਦੇ ਨੇ ਇਹਦਾ ਇੱਕ ਹੀ ਤਰੀਕਾ ਹੈ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ। ਮਨ ਨੂੰ ਧੋਣ ਦਾ ਇੱਕ ਤਰੀਕਾ ਹੈ। ਸਤਿਗੁਰੂ ਕਹਿੰਦੇ ਨੇ ਤਨ ਨੂੰ ਧੋਣ ਦੇ ਹਜ਼ਾਰਾਂ ਤਰੀਕੇ ਹੋ ਸਕਦੇ ਨੇ, ਤਨ ਨੂੰ ਚਮਕਾਉਣ ਦੇ ਹਜ਼ਾਰਾਂ ਤਰੀਕੇ ਹੋ ਸਕਦੇ ਨੇ। ਕੋਈ ਬੰਦਾ ਜਿਹੜਾ ਹੈਗਾ ਫੇਸ਼ੀਅਲ ਦੇ ਨਾਲ ਤਨ ਨੂੰ ਚਮਕਾ ਲੈਂਦਾ, ਕੋਈ ਕਰੀਮਾਂ ਲਾਈ ਜਾਂਦਾ, ਕੋਈ ਸਾਬਣਾ ਲਾਈ ਜਾਂਦਾ, ਕੋਈ ਥਾਂ ਥਾਂ ਦੇ ਉੱਤੇ ਜਿਹੜਾ ਹੈਗਾ ਅਲੱਗ-ਅਲੱਗ ਤਰੀਕੇ ਦੇ ਕੈਮੀਕਲ ਦੇ ਨਾਲ ਇਸ਼ਨਾਨ ਕਰਦਾ। ਪਰ ਮਨ ਨੂੰ ਧੋਣ ਦਾ ਇੱਕ ਹੀ ਤਰੀਕਾ ਹੈ, ਮਨ ਧੋਵੋ ਸ਼ਬਦ ਲਾਗੋ। ਸ਼ਬਦ ਤੋਂ ਬਿਨਾ ਮਨ ਧੋਤਿਆ ਨਹੀਂ ਜਾਂਦਾ। ਮਨ ਧੋਵੋ ਸ਼ਬਦ ਲਾਗੋ। ਤੇ ਕਹਿੰਦੇ ਸ਼ਬਦ ਦੇ ਨਾਲ ਕਿਵੇਂ ਲੱਗਿਆ ਜਾਏਗਾ? ਕਹਿੰਦੇ ਹਰ ਸੋ ਰਹੋ ਚਿਤ ਲਾਏ। ਵਾਹ। ਤੇ ਫਿਰ ਅਗਲਾ ਸ਼ਬਦ ਪਤਾ ਕੀ ਕਹਿੰਦੇ ਨੇ? ਕਹਿੰਦੇ ਕਹੈ ਨਾਨਕ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਤੋਂ ਬਿਨਾ ਚਿੱਤ ਨਹੀਂ ਲੱਗਣਾ ਪਰਮਾਤਮਾ ਦੇ ਨਾਲ। ਤੇ ਫਿਰ ਕਹਿੰਦੇ ਗੁਰੂ ਦੀ ਕਿਰਪਾ ਤੋਂ ਬਿਨਾ ਸਹਿਜ ਵੀ ਨਹੀਂ ਆਉਣਾ, ਟਿਕਾ ਵੀ ਨਹੀਂ ਆਉਣਾ, ਦੌੜਦਾ ਰਹੇਗਾ, ਮਾਈਂਡ ਵਾਂਡਰਿੰਗ ਹੁੰਦੀ ਰਹੇਗੀ। ਕਹਿੰਦੇ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਊਪਜੈ, ਇਹ ਸਹਿਸਾ ਇਹ ਵਜਾਏ। ਕਹਿੰਦੇ ਇਸ ਤਰ੍ਹਾਂ ਜਾਂਦਾ ਆ ਸਹਿਸਾ, ਇਹ ਮਲੀਨ ਸਹਿਸਾ ਨਾ ਜਿਹੜਾ ਮੈਲਾ, ਇਹ ਕਹਿੰਦੇ ਇਸ ਤਰ੍ਹਾਂ ਜਾਂਦਾ। ਕਿਵੇਂ? ਗੁਰ ਪ੍ਰਸਾਦੀ ਸਹਿਜ ਉਪਜੈ, ਸਹਿਜ ਉਪਜਦਾ ਗੁਰੂ ਦੀ ਕਿਰਪਾ ਨਾਲ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਰ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਊਣ ਤਾਈਆਂ ਦੇ ਲਈ ਖਿਮਾ ਦੇ ਜਾ ਕੇ ਭੁੱਲਾਂ ਸਾਰੀਆਂ ਸਾਡੀਆਂ ਚੰਗੀਆਂ ਗੱਲਾਂ ਗੁਰਾਂ ਦੀਆਂ ਜਾਣਦੇ ਆ।